ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੀ, ਜੋ ਕਿ ਅੱਜ ਲੰਮੇ ਟਾਈਮ ਤੋਂ ਬਾਅਦ ਉਹਨੇ ਆਪਣੀ ਚੁੱਪੀ ਤੋੜੀ ਹੈ ਅਤੇ ਨਸੀਹਤ ਦਿੰਦੇ ਹੋਏ ਨਜ਼ਰ ਆਏ ਨੇ ਕਾਂਗਰਸ ਦੇ ਸੀਐਮ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਨਾਲ ਹੀ ਨਾਲ ਵਿਅੰਗ ਕਰਦੇ ਹੋਏ ਨਜ਼ਰ ਆਏ ਨੇ ਕੈਪਟਨ ਅਮਰਿੰਦਰ ਸਿੰਘ ਦੇ। ਕਿਸ ਤਰ੍ਹਾਂ ਦਾ ਵਿਅੰਗ ਕੀਤਾ, ਕਿਸ ਤਰ੍ਹਾਂ ਨਸੀਹਤ ਦਿੱਤੀ, ਇਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਸੀਐਮ ਚੰਨੀ ਦੁਆਰਾ, ਕਿਉਂਕਿ 1 ਤਰੀਕ ਨੂੰ ਵੱਡਾ ਐਲਾਨ ਹੋਣਾ, ਉਸ ਤੋਂ ਪਹਿਲਾਂ ਇੱਕ ਅਹਿਮ ਮੀਟਿੰਗ ਚੰਨੀ ਦੁਆਰਾ ਸੱਦੀ ਗਈ ਹੈ ਚੰਡੀਗੜ੍ਹ ਦੇ ਵਿੱਚ, ਜਿਹਦੇ ਵਿੱਚ ਪੰਜਾਬ ਦੇ ਸਾਰੇ ਡਿਸਟ੍ਰਿਕਟ ਜਾਨੀ ਕਿ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਸਾਹਿਬ ਪਹੁੰਚਣਗੇ। ਇਹਨਾਂ ਤੋਂ ਇਲਾਵਾ ਇਸ ਮੀਟਿੰਗ ਦੇ ਵਿੱਚ ਹੋਰ ਕੌਣ-ਕੌਣ ਪੁੱਜੇਗਾ ਤੇ ਕਿੰਨਾ ਅਹਿਮ ਮੁੱਦਿਆਂ ਬਾਰੇ ਇਸ ਮੀਟਿੰਗ 'ਚ ਗੱਲਬਾਤ ਹੋਏਗੀ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਅਣਖੀ ਸਾਹਿਬ ਦਾ। ਅਣਖੀ ਸਾਹਿਬ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਅਣਖੀ ਸਾਹਿਬ, ਪਹਿਲਾਂ ਆਪਾਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ, ਲੇਕਿਨ ਉਹਨਾਂ ਤੋਂ ਪਹਿਲਾਂ ਇੱਕ ਅਹਿਮ ਖਬਰ ਜੋ ਕਿ ਕੱਲ ਬਹੁਤ ਵੱਡੀ ਖਬਰ ਸਾਬਤ ਹੋਏਗੀ, ਕਿਉਂਕਿ ਸੀਐਮ ਚੰਨੀ ਦੇ ਵੱਲੋਂ ਕੱਲ ਇੱਕ ਵੱਡਾ ਬਿਆਨ ਆਇਆ ਸੀ ਕਿ ਉਹ 1 ਨਵੰਬਰ ਨੂੰ ਇੱਕ ਵੱਡਾ ਧਮਾਕਾ ਕਰਨ ਜਾ ਰਹੇ ਨੇ, ਜਿਹਦੇ ਨਾਲ ਪੰਜਾਬ ਦੇ ਲੋਕ ਖੁਸ਼ ਹੋ ਜਾਣਗੇ ਤੇ ਰਹਿੰਦੀ ਦੁਨੀਆ ਤੱਕ ਪੰਜਾਬ ਦੇ ਲੋਕ ਇਸ ਕੰਮ ਨੂੰ ਯਾਦ ਕਰਨਗੇ। ਉਸ ਬਾਰੇ ਗੱਲਬਾਤ ਕਰੀਏ ਤੇ ਉਹਦੇ ਸੰਦਰਭ ਦੇ ਵਿੱਚ ਹੀ ਸ਼ਾਇਦ ਅੱਜ ਇੱਕ ਮੀਟਿੰਗ ਸੱਦੀ ਗਈ ਹੈ, ਜਿਸ ਦੇ ਵਿੱਚ ਪੂਰੇ ਪੰਜਾਬ ਦੇ ਸਾਰੇ ਡੀਸੀ ਅਤੇ ਸਾਰੇ ਐਸਐਸਪੀ ਸਾਹਿਬ ਹਿੱਸਾ ਲੈ ਰਹੇ ਨੇ। ਕਿਵੇਂ ਦੇਖ ਰਹੇ ਹੋ ਇੱਕ ਵੱਡੇ ਧਮਾਕੇ ਤੋਂ ਪਹਿਲਾਂ ਇੱਕ ਵੱਡੀ ਮੀਟਿੰਗ, ਕਿਹੜੇ-ਕਿਹੜੇ ਮੁੱਦਿਆਂ ਉੱਪਰ ਚਰਚਾ ਹੋ ਸਕਦੀ ਹੈ ਤੇ ਕੌਣ-ਕੌਣ ਐਸਐਸਪੀ ਅਤੇ ਡੀਐਸਪੀ ਤੋਂ ਇਲਾਵਾ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਸਕਦਾ? ਮਾਨ ਸਾਹਿਬ, ਇਸ ਤਰ੍ਹਾਂ ਆ ਕਿ ਪਹਿਲਾਂ ਤਾਂ ਆਪਾਂ ਆ ਜਿਹੜੇ ਸਵਾਗਤ ਵਰਗੇ ਸ਼ਬਦ ਨੇ ਜੀ ਆਇਆਂ ਨੂੰ ਕਹਿਣ ਵਾਲੇ, ਇਹਨਾਂ ਸ਼ਬਦਾਂ ਤੋਂ ਹੀ ਉਹਨਾਂ ਗ੍ਰੇਸ ਕਰੀਏ, ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਦਰਸ਼ਕਾਂ ਦੇ ਰੂਬਰੂ ਬੜੀ ਹੋਈਦਾ, ਤਾਂ ਫਿਰ ਉਹ ਠੀਕ ਜਿਹਾ ਨਹੀਂ ਲੱਗਦਾ ਕਿ ਬਾਰ-ਬਾਰ ਆਪਾਂ ਇਹਨਾਂ ਗੱਲਾਂ ਨੂੰ ਬਾਹਰ ਰਿਪੀਟ ਕਰੀਏ। ਸਾਡੀ ਡਿਊਟੀ ਆ ਕਿ ਅਸੀਂ ਆਏ ਹਾਂ ਤੇ ਆਪਾਂ ਖਬਰਾਂ ਤੇ ਚਰਚਾ ਕਰਨੀ ਆ। ਇਹੋ ਹੀ ਹੋ ਸਕਦਾ ਕਿ ਤੁਸੀਂ ਮੇਰਾ ਹਾਲ ਪੁੱਛ ਲਓ, ਮੈਂ ਤੁਹਾਡਾ ਹਾਲ ਪੁੱਛਾਂ, ਕਿਉਂਕਿ ਸਮਾਂ ਪਤਾ ਨਹੀਂ ਕਿਹੋ ਜਿਹਾ ਚੱਲਦਾ ਪਿਆ। ਦੀਵਾਲੀ ਚੱਲਦੀ ਵੀ, ਪਤਾ ਨਹੀਂ ਕਿਸ ਬੰਦੇ ਨੇ ਪਾਰਟੀ ਬਦਲਣੀ ਹੈ, ਕਿਹੜੇ ਬੰਦੇ ਨੇ ਕਿੱਧਰ ਚਲੇ ਜਾਣਾ ਜਾਂ ਕਿੱਧਰ ਨਹੀਂ ਜਾਣਾ। ਸੋ ਇਹੋ ਜਿਹੀਆਂ ਗੱਲਾਂ ਕਰਕੇ ਇਹੋ ਜਿਹੇ ਜਿਹੜੇ ਫਾਰਮਲ ਸ਼ਬਦ ਨੇ, ਇਹਨਾਂ ਤੋਂ ਆਪਾਂ ਬਚੀਏ ਕਰੀਏ ਤੇ ਸਿੱਧਾ ਮੁੱਦੇ ਤੇ ਆਈਏ, ਮੁੱਦੇ ਦੀ ਗੱਲ ਕਰੀਏ। ਤਾਂ ਤੁਸੀਂ ਆਪਣੀ ਜਿਹੜੀ ਭੂਮਿਕਾ ਉਹ 'ਚ ਤੁਸੀਂ ਮੈਨੂੰ 2 ਸਵਾਲ ਕੀਤੇ ਨੇ, ਇੱਕ ਤਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਵੱਲੋਂ ਤੇ ਦੂਜਾ ਜਿਹੜਾ ਚਰਨਜੀਤ ਸਿੰਘ ਚੰਨੀ ਹੋਣਾ ਦੀ ਬੁਲਾਈ ਗਈ ਵਿਸ਼ੇਸ਼ ਮੀਟਿੰਗ ਵੱਲੋਂ। ਤਾਂ ਸੋ ਪਲੀਜ਼ ਮੈਂ ਥੋੜਾ ਜਿਹਾ ਮਤਲਬ ਕਨਫਿਊਜ਼ ਹੈ ਕਿ ਮੈਂ ਹੁਣ ਕਿਹੜੇ ਸਵਾਲ ਦਾ ਜਵਾਬ ਜਿਹੜਾ ਪਹਿਲਾਂ ਆਪਾਂ ਮੀਟਿੰਗ ਦੀ ਗੱਲ ਕਰਾਂਗੇ। ਪਹਿਲਾਂ ਮੀਟਿੰਗ ਦੀ ਗੱਲ ਕਰਾਂਗੇ, ਕਿਉਂਕਿ ਖਬਰ ਉਹ ਵੀ ਬਹੁਤ ਵੱਡੀ ਹੈ। ਬੜੀ ਦੇਰ ਤੋਂ ਬਾਅਦ ਬਿਆਨ ਆਇਆ ਕੋਈ ਪ੍ਰਕਾਸ਼ ਸਿੰਘ ਬਾਦਲ ਦਾ, ਲੇਕਿਨ ਸਭ ਤੋਂ ਜੋ ਅਹਿਮ ਮੁੱਦਾ ਅੱਜ ਦਾ, ਕਿਉਂਕਿ ਕੱਲ ਇੱਕ ਵੱਡਾ ਐਲਾਨ ਸੀਐਮ ਚੰਨੀ ਨੇ ਕਰਨਾ ਪੰਜਾਬ ਦੇ ਲਈ, ਪੰਜਾਬੀ ਲੋਕਾਂ ਦੇ ਲਈ। ਸੋ ਆਪਾਂ ਉਸ ਮੀਟਿੰਗ ਦੀ ਗੱਲ ਕਰੀਏ ਜੋ ਉਸ ਵੱਡੇ ਐਲਾਨ ਤੋਂ ਪਹਿਲਾਂ ਮੀਟਿੰਗ ਸੱਦੀ ਗਈ ਹੈ, ਜਿਹਦੇ ਵਿੱਚ ਪੂਰੇ ਪੰਜਾਬ ਦੇ ਐਸਐਸਪੀ ਸਾਹਿਬ ਪਹੁੰਚੇ ਹੋਏ ਨੇ ਤੇ ਪੂਰੇ ਪੰਜਾਬ ਦੇ ਡੀਸੀ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਰਹਿਣਗੇ। ਉਸ ਮੀਟਿੰਗ ਦੀ ਗੱਲ ਕਰੀਏ, ਇਹਨਾਂ ਤੋਂ ਇਲਾਵਾ ਹੋਰ ਕਿਹੜਾ ਮੰਤਰੀ ਜਾਂ ਕੋਈ ਵੱਡਾ ਅਹੁਦੇਦਾਰ ਜਾਂ ਕੋਈ ਐਮਐਲਏ ਇਸ ਵਿੱਚ ਮੀਟਿੰਗ 'ਚ ਪਹੁੰਚ ਸਕਦਾ, ਮੈਂ ਉਸ ਬਾਰੇ ਸਵਾਲ ਕੀਤਾ ਸੀ ਜੀ। ਤੇ ਚਲੋ ਆਪਾਂ ਮੁੱਦੇ ਦੀ ਗੱਲ ਕਰਦੇ ਹਾਂ। ਮਾਨ ਸਾਹਿਬ, ਜਿਸ ਤਰ੍ਹਾਂ ਤਿਉਹਾਰਾਂ ਦਾ ਮੌਸਮ ਆ ਤੇ ਦੀਵਾਲੀ ਜਿਹੜੀ ਆ ਠੀਕ 4 ਦਿਨ ਬਾਅਦ ਦੀਵਾਲੀ ਆ, ਔਰ ਦੀਵਾਲੀ ਦਾ ਤਿਉਹਾਰ ਜਿਹੜਾ ਉਸ ਤੋਂ ਮਗਰੋਂ ਸਿਲਸਿਲਾ ਜਿਹੜਾ ਸ਼ੁਰੂ ਹੋ ਜਾਂਦਾ ਤਿਉਹਾਰਾਂ ਦਾ। ਤੇ ਤਿਉਹਾਰਾਂ ਦੇ ਸਿਲਸਿਲੇ ਦੇ ਸ਼ੁਰੂ ਹੋਣ ਦੇ ਵਿੱਚ ਸਭ ਤੋਂ ਜ਼ਿਆਦਾ ਕਿਸੇ ਵੀ ਰਾਜ ਦੇ ਵਿੱਚ ਅਮਨ ਅਤੇ ਕਾਨੂੰਨ ਦੀ ਜਿਹੜੀ ਸਥਿਤੀ ਹੁੰਦੀ ਆ, ਸਭ ਤੋਂ ਜ਼ਿਆਦਾ ਉਹਦੇ ਉੱਤੇ ਧਿਆਨ ਦੇਣਾ ਹੁੰਦਾ। ਔਰ ਜਿਸ ਤਰੀਕੇ ਨਾਲ ਅੱਜ ਦੀ ਤਰੀਕ 'ਚ ਚਰਨਜੀਤ ਸਿੰਘ ਚੰਨੀ ਹੋਣੀ ਜਿਹੜੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੇ, ਜਿਸ ਤਰੀਕੇ ਨਾਲ ਉਹ ਮੀਟਿੰਗਾਂ ਦਾ ਸਿਲਸਿਲਾ ਜਾਂ ਇੱਕ ਐਕਸ਼ਨ ਮੂਡ 'ਚ ਵਿਖਾਈ ਦਿੰਦੇ, ਬੇਸ਼ੱਕ ਵਿਰੋਧੀਆਂ ਨੂੰ ਵਿਖਾਈ ਦੇਣ ਜਾਂ ਉਹ ਨਾ ਦੇਣ, ਤਾਂ ਉਹਨਾਂ ਵੱਲੋਂ ਖਾਸ ਤੌਰ 'ਤੇ ਤਿਉਹਾਰਾਂ ਦੇ ਸਿਲਸਿਲੇ ਦੇ ਵਿੱਚ ਜਿਹੜੀ ਇਹ ਮੀਟਿੰਗ ਕਾਲ ਜਿਹੜੀ ਉਹ ਕੀਤੀ ਗਈ ਆ ਕਿ ਕਿਸੇ ਵੀ ਸੂਰਤ ਦੇ ਵਿੱਚ ਪੰਜਾਬ ਦੀ ਜਿਹੜੀ ਅਮਨ ਅਤੇ ਕਾਨੂੰਨ ਦੀ ਸਥਿਤੀ ਭੰਗ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਇਸੇ ਕਰਕੇ ਹੀ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਡੀਸੀ ਨੇ ਔਰ ਐਸਐਸਪੀ ਨੇ, ਚਾਹੇ ਉਹ ਦਿਹਾਤੀ ਜ਼ਿਲ੍ਹੇ ਹੋਣ ਜਾਂ ਦੂਜੇ ਪੁਲਿਸ ਜ਼ਿਲ੍ਹੇ ਹੋਣ, ਉਹਨਾਂ ਨੂੰ ਕਾਲ ਕੀਤਾ ਗਿਆ। ਬਾਕੀ ਇਸ ਮੀਟਿੰਗ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ, ਕੱਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੁਝ ਮਹੱਤਵਪੂਰਨ ਐਲਾਨ ਜਿਹੜੇ ਆ ਉਹ ਕੀਤੇ ਜਾ ਸਕਦੇ ਨੇ। ਦੀਵਾਲੀ ਦਾ ਗਿਫਟ ਜਿਹੜਾ ਚੰਨੀ ਸਰਕਾਰ ਦੇ ਪੰਜਾਬ ਦੇ ਲੋਕਾਂ ਨੂੰ ਦੇਣਾ, ਤਾਂ ਮਾਨ ਸਾਹਿਬ ਕੁਦਰਤੀ ਤੌਰ 'ਤੇ ਆ ਕਿ ਜੇਕਰ ਉਹਨਾਂ ਨੇ ਇਹ ਪੰਜਾਬ ਦੇ ਲੋਕਾਂ ਨੂੰ ਕੋਈ ਗਿਫਟ ਦੇਣਾ ਤਾਂ ਉਹਦੇ ਨਾਲ ਲੋਕਾਂ ਦੀ ਫੀਲਿੰਗਸ, ਜਿਹੜੇ ਲੋਕਾਂ ਦੀਆਂ ਭਾਵਨਾਵਾਂ ਜਾਂ ਲੋਕਾਂ ਦੀਆਂ ਜਿਹੜੀਆਂ ਖਾਹਿਸ਼ਾਂ ਨੇ, ਉਹਨਾਂ ਨੂੰ ਵੀ ਉਹਨਾਂ ਨੇ
ਨੋਟ ਕਰਤਾ ਤੇ ਤੁਹਾਨੂੰ ਯਾਦ ਹੋਵੇਗਾ ਕਿ ਚੰਨੀ ਪੰਜਾਬ ਦੇ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਹੋਣੀ, ਉਹਨਾਂ ਵੱਲੋਂ ਬਕਾਇਦਾ ਤੌਰ ਤੇ ਜਿਹੜੇ ਗਰੀਬ ਲੋਕ ਬੇਘਰ ਲੋਕ ਨੇ ਉਹਨਾਂ ਨੂੰ 5-5 ਮਰਲੇ ਦਾ ਪਲਾਟ ਦੇਣ ਦੇ ਸੰਬੰਧੀ ਵੀ ਫਾਈਲਾਂ ਜਿਹੜੀਆਂ ਭਰਵਾਈਆਂ ਜਾ ਚੁੱਕੀਆਂ ਨੇ, ਔਰ ਦੂਜੇ ਪਾਸੇ ਜਿਹੜੇ ਬਿੱਲ ਮਾਫ ਕਰਨ ਦੀ ਪ੍ਰਕਿਰਿਆ ਉਹ ਵੀ ਸ਼ੁਰੂ ਹੋ ਚੁੱਕੀ ਆ। ਤੇ ਉਹਦੇ ਸੰਬੰਧਿਤ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹਰ ਜ਼ਿਲ੍ਹੇ ਦਾ ਪ੍ਰਸ਼ਾਸਨ ਪੂਰੇ ਐਕਸ਼ਨ ਮੂਡ 'ਚ ਜਿਹੜਾ ਦਿਖਾਈ ਦੇ ਰਿਹਾ। ਤੇ ਕੈਪਟਨ ਮਾਫ ਕਰਦਾ ਆਪਣੇ ਚਰਨਜੀਤ ਸਿੰਘ ਚੰਨੀ ਹੋਣਾ ਦੇ ਸਾਫ਼ ਨਿਰਦੇਸ਼ ਨੇ ਕਿ ਜਿਹੜੀ 4 ਆਪਣੇ ਨਵੰਬਰ ਦੀ ਦੀਵਾਲੀ ਆ, ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਅਸੀਂ ਅਜਿਹੇ ਗਿਫਟਾਂ ਜਾਂ ਇਹ ਜਿਹੇ ਤੋਹਫਿਆਂ ਨਾਲ ਨਵਾਜਣਾ ਕਿ ਪੰਜਾਬ ਦੇ ਲੋਕ ਹਮੇਸ਼ਾ ਇਹ ਜਿਹੜੀ ਚੰਨੀ ਸਰਕਾਰ ਹੈ, ਚਰਨਜੀਤ ਸਿੰਘ ਚੰਨੀ ਦੀ ਸਰਕਾਰ, ਇਹੋ ਹੀ ਕਾਂਗਰਸ ਪਾਰਟੀ ਦੀ ਤਾਂ ਚਲੋ ਹੈ ਹੀ ਹੈ ਕਿ ਇਹ ਸਰਕਾਰ ਨੂੰ ਹਮੇਸ਼ਾ ਯਾਦ ਰੱਖਣ। ਦੇਖੋ ਮਾਨ ਸਾਹਿਬ, ਜਦੋਂ ਦੀਵਾਲੀ ਆਉਂਦੀ ਹੈ ਤਾਂ ਦੀਵਾਲੀ ਦਾ ਇੱਕ ਤਿਉਹਾਰ ਇਹੋ ਜਿਹਾ ਹੁੰਦਾ ਕਿ ਜਦੋਂ ਘਰਾਂ 'ਚ ਦੀਵੇ ਬਲਦੇ ਆ ਤੇ ਹਰ ਦੀਵੇ 'ਚ ਕੋਈ ਨਾ ਕੋਈ ਬੰਦਾ ਤੇਲ ਪਾਉਣ ਵਾਲੇ ਸੋਚਦਾ, ਭਾਵੇਂ ਕਿਸੇ ਦਾ 1 ਮਰਲੇ ਦਾ ਪਲਾਟ ਆ, ਚਾਹੇ 2 ਮਰਲੇ ਦਾ, ਤੇ ਭਾਵੇਂ 1 ਕਨਾਲ 'ਚ ਕੋਠੀ ਆ, ਦੀਵੇ ਚਿਰਾਗ ਹਰ ਘਰ 'ਚ ਬਲਦੇ ਆ, ਖੁਸ਼ੀਆਂ ਦੇ ਚਿਰਾਗ ਬਲਦੇ ਆ। ਤੇ ਦੂਜੇ ਪਾਸੇ ਜਿਸ ਤਰੀਕੇ ਨਾਲ ਚੰਨੀ ਸਰਕਾਰ ਇਸ ਵੇਲੇ ਐਕਸ਼ਨ ਮੂਡ 'ਚ ਨਜ਼ਰ ਆ ਰਹੀ ਆ, ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨਾਲ ਵੀ ਉਹਨਾਂ ਦੀ ਗੱਲਬਾਤ ਜਿਹੜੀ ਚੱਲਦੀ ਪਈ ਆ, ਤਾਂ ਕੁਦਰਤੀ ਤੌਰ ਤੇ ਕਿਸਾਨਾਂ ਦਾ ਕੀ ਪ੍ਰਤੀਕਰਮ ਹੋਵੇਗਾ ਜਿਸ ਤਰੀਕੇ ਨਾਲ 8 ਨਵੰਬਰ ਨੂੰ ਉਹਨਾਂ ਵੱਲੋਂ ਵਿਸ਼ੇਸ਼ ਸੈਸ਼ਨ ਜਿਹੜਾ ਬੁਲਾਇਆ ਗਿਆ, ਉਸ ਵਿਸ਼ੇਸ਼ ਸੈਸ਼ਨ ਦੇ ਵਿੱਚ ਕਿਹੜੀਆਂ ਗੱਲਾਂ ਨੇ ਜਿਹੜੀਆਂ ਉਹ ਇੱਕ ਦੀਵਾਲੀ ਦੇ ਸ਼ੁਭ ਸੰਦੇਸ਼ ਦੇ ਰੂਪ ਦੇ ਵਿੱਚ ਕਿਸਾਨਾਂ ਦੇ ਪਰਿਵਾਰਾਂ ਕੋਲ ਪਹੁੰਚ ਸਕਦੀਆਂ, ਕਿਉਂਕਿ ਉਹ ਵੀ ਲੋਕ 1.5 ਸਾਲਾਂ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ, ਜਿਨ੍ਹਾਂ ਦੇ ਘਰਾਂ 'ਚ ਰੌਸ਼ਨੀ ਦੇ ਖੁਸ਼ੀਆਂ ਦੇ ਚਿਰਾਗ ਜਿਹੜੇ ਉਹ ਨਹੀਂ ਬਲੇ, ਚਾਹੇ ਉਹ ਪੰਜਾਬ ਨਾਲ ਕਿਸਾਨ ਨਾਲ ਕੋਈ ਸੰਬੰਧਿਤ ਹੈ ਜਾਂ ਨਹੀਂ ਕਿਸਾਨੀ ਨਾਲ ਸੰਬੰਧਿਤ, ਪਰ ਪੰਜਾਬ ਦੇ ਲੋਕ ਉਹਨਾਂ ਵੱਲ ਇੱਕ ਖਾਹਿਸ਼ ਦੀ ਨਜ਼ਰ, ਇੱਕ ਉਮੀਦ ਦੀ ਨਜ਼ਰ ਨਾਲ ਵੇਖਦੇ ਆ ਕਿ ਉਹ ਲੋਕ ਜਿਹੜੇ ਇੱਕ ਜੰਗ ਲੜ ਰਹੇ ਆ, ਅਣਐਲਾਨੀ ਜੰਗ ਲੜ ਰਹੇ ਆ ਕੇਂਦਰ ਦੇ ਨਾਲ, ਤਾਂ ਉਹ ਕਦੋਂ ਜੇਤੂ ਹੋ ਕੇ ਵਾਪਸ ਆਉਣਗੇ। ਸੋ ਅਜਿਹੇ ਸੰਦਰਭਾਂ ਦੇ ਵਿੱਚ ਇਹ ਮੀਟਿੰਗ ਜਿਹੜੀ ਆ ਚਰਨਜੀਤ ਸਿੰਘ ਚੰਨੀ ਹੋਣਾ ਵੱਲੋਂ ਅੱਜ ਦੇ ਜਿਹੜੇ ਜ਼ਿਲ੍ਹਾ ਮਤਲਬ ਸਮੁੱਚੇ ਜ਼ਿਲ੍ਹਿਆਂ ਦੇ DC ਔਰ SSP ਦੇ ਨਾਲ ਜਿਹੜੀ ਕੀਤੀ ਗਈ ਹੈ ਕਿ ਇੱਕ ਤਾਂ ਸਭ ਤੋਂ ਮਹੱਤਵਪੂਰਨ ਇਸ਼ੂ ਜਿਹੜਾ ਹੈ ਉਹ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਸਮੱਸਿਆ, ਕਿਉਂਕਿ ਹਮੇਸ਼ਾ ਤਿਉਹਾਰਾਂ ਦੇ ਲਾਗੇ ਕਈ ਰਾਜਾਂ ਦੇ ਵਿੱਚ, ਈਵਨ ਕਿ ਦਿੱਲੀ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕੁਝ ਵੱਡੀਆਂ ਘਟਨਾਵਾਂ ਵਾਪਰਨ ਦਾ ਖਦਸ਼ਾ ਜਿਹੜਾ ਮਤਲਬ ਮਿਲਦਾ ਰਿਹਾ ਜਾਂ ਅਸੀਂ ਪ੍ਰਗਟਾਇਆ ਜਾਂਦਾ ਰਿਹਾ ਹੈ। ਤਾਂ ਜੋ ਇੰਟੈਲੀਜੈਂਸ ਦੇ ਸੂਤਰ ਨੇ ਉਹਨਾਂ ਤੋਂ ਇਹੋ ਜਿਹੇ ਕਿ ਕੁਝ ਜਿਹੜੀਆਂ ਸਰਹੱਦੋਂ ਪਾਰ ਜਿਹੜੀਆਂ ਕੁਝ ਅੱਤਵਾਦੀ ਸੰਗਠਨ ਨੇ ਉਹ ਇਹੋ ਜਿਹੇ ਤਿਉਹਾਰਾਂ ਦੇ ਮੌਕੇ ਦੇ ਉੱਤੇ ਕੁਝ ਅਜਿਹੀਆਂ ਘਟਨਾਵਾਂ ਕਰ ਸਕਦੇ ਨੇ, ਤਾਂ ਉਹਨਾਂ ਦੀ ਰੋਕਣ ਵਾਸਤੇ, ਰੋਕਥਾਮ ਵਾਸਤੇ ਖਾਸ ਤੌਰ ਤੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਕਿਹੋ ਜਿਹੀ ਤਿਆਰੀ ਆ, ਦੂਜੇ ਪਾਸੇ ਪੁਲਿਸ ਦੀ ਕਿਹੋ ਜਿਹੀ ਤਿਆਰੀ ਆ, ਤਾਂ ਚਰਨਜੀਤ ਸਿੰਘ ਚੰਨੀ ਹੋਣਾ ਵੱਲੋਂ ਸਾਫ਼ ਨਿਰਦੇਸ਼ ਜਿਹੜੇ ਆ ਉਹ ਦਿੱਤੇ ਗਏ ਨੇ। ਤੇ ਇਹਦੇ ਵਿੱਚ ਪੰਜਾਬ ਦੇ ਗ੍ਰਹਿ ਮੰਤਰੀ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਹੁਣ ਜਿਹੜੇ ਅੱਜ ਦੀ ਤਰੀਕ 'ਚ ਤਰਨਤਾਰਨ ਇੱਕ ਮੀਟਿੰਗ 'ਚ ਸੀ, ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਸੰਬੰਧੀ ਪਤਾ ਲੱਗਾ ਕਿ ਉਹ ਪਹੁੰਚ ਰਹੇ ਨੇ। ਸਮੁੱਚੇ ਤੌਰ ਤੇ ਇਹ ਜਿਹੜੀ ਮੀਟਿੰਗ ਦਾ ਜਿਹੜਾ ਸਿਲਸਿਲਾ ਹੈ, ਚੰਨੀ ਸਰਕਾਰ ਵੱਲੋਂ ਕੱਲ੍ਹ ਜਿਹੜੇ ਕੁਝ ਮਹੱਤਵਪੂਰਨ ਐਲਾਨ ਕੀਤੇ ਜਾਣੇ ਆ, ਉਹਨਾਂ ਦੇ ਸੰਦਰਭ ਵਿੱਚ ਉਹਨਾਂ ਦੀ ਫੀਡਬੈਕ ਲੈਣ ਦੀ ਸੂਰਤ ਵਿੱਚ, ਔਰ ਦੂਜੇ ਪਾਸੇ ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ਵਿੱਚ ਖਾਸ ਤੌਰ ਤੇ ਇਹਨਾਂ ਤਿਉਹਾਰਾਂ ਦੇ ਮੌਕੇ ਤੇ ਇਹ ਜਿਹੜੀ ਮੀਟਿੰਗ ਜਿਹੜੀ ਆ ਉਹ ਕਾਲ ਕੀਤੀ ਗਈ ਆ। ਔਰ ਮਾਨ ਸਾਹਿਬ, ਮੈਂ ਇੱਕ ਗੱਲ ਇਹ ਕਹਿਣੀ ਚਾਹਾਂਗਾ ਕਿ ਇੱਕ ਸਭ ਤੋਂ ਵੱਡੀ ਗੱਲ ਚੰਨੀ ਸਰਕਾਰ ਦੀ, ਮੇਰੀ ਇਹ ਨਿੱਜੀ ਰਾਏ ਹੈ, ਮੈਂ ਇਹਨੂੰ ਆਪਣੇ ਕਿਸੇ ਪੱਧਰ ਤੇ ਨਹੀਂ ਲੈ ਰਿਹਾ, ਕਿ ਵੇਖੋ ਚੰਨੀ ਸਰਕਾਰ ਕੋਈ ਵੀ ਗੱਲਬਾਤ ਜਿਹੜੀ ਕਰਦੀ ਆ, ਔਰ ਚਾਹੇ ਉਹ ਕੈਬਨਿਟ ਮੀਟਿੰਗ ਕਰਦੇ ਨੇ, ਚਾਹੇ ਉਹ ਐਲਾਨ ਕਰਦੇ ਨੇ, ਤੇ ਕੁਝ ਹੀ ਮਿੰਟਾਂ ਬਾਅਦ ਜਾਂ ਕੁਝ ਹੀ ਸਕਿੰਟਾਂ ਬਾਅਦ ਉਹ ਮੀਡੀਆ ਦੇ ਸਾਹਮਣੇ ਆਣ ਕੇ ਮੁਖਾਤਬ ਹੁੰਦੇ ਨੇ, ਮੀਡੀਆ ਨੂੰ ਆਪਣੀ ਪਾਰਦਰਸ਼ਤਾ ਬਣਾਉਂਦੇ ਨੇ ਕਿ ਅਸੀਂ ਇਹ ਫੈਸਲੇ ਲਏ। ਇਹ ਜਿਹੜੇ ਫੈਸਲੇ ਜਾਂ ਜਿਹੜੀ ਕਾਰਵਾਈ ਕਦੇ ਵੀ 4.5 ਸਾਲ ਦੌਰਾਨ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਨਜ਼ਰ ਨਹੀਂ ਆਈ, ਤੇ ਨਾ ਹੀ ਉਸ ਤੋਂ 10 ਸਾਲ ਪਹਿਲਾਂ ਨਾ ਸੁਖਬੀਰ ਸਿੰਘ ਬਾਦਲ ਦੀ, ਨਾ ਪ੍ਰਕਾਸ਼ ਸਿੰਘ ਬਾਦਲ ਦੀ, ਤੇ ਨਾ ਹੀ ਕਿਸੇ ਹੋਰ ਵਿਅਕਤੀ ਨੇ ਇਸ ਤਰੀਕੇ ਨਾਲ ਪ੍ਰੈਸ ਕਾਨਫਰੰਸਾਂ ਕਰਕੇ ਆਪਣੀ ਸਰਕਾਰ ਦੀਆਂ ਜਾਂ ਆਪਣੀ ਜ਼ਿੰਮੇਵਾਰੀਆਂ ਦੀ ਜਿਹੜੀ ਸੂਚਨਾ ਜਿਹੜੀ ਪੱਤਰਕਾਰਾਂ ਨੂੰ ਦਿੱਤੀ ਹੋਵੇ। ਤਾਂ ਕੇਵਲ ਔਰ ਕੇਵਲ ਇੱਕੋ ਹੀ ਇੱਕ ਹੋਰ ਇਹੋ ਜਿਹਾ ਕਰਤਾਰ ਹੈ ਭਾਰਤੀ ਰਾਜਨੀਤੀ ਦੇ ਵਿੱਚ, ਬੀਬੀ ਮਾਇਆਵਤੀ ਜਦੋਂ UP ਦੇ ਮੁੱਖ ਮੰਤਰੀ ਰਹੇ ਨੇ, ਉਹਨਾਂ ਨੇ ਵੀ ਆਪਣੀ ਹਰ ਗਤੀਵਿਧੀ ਦੀ, ਹਰ ਕਾਰਵਾਈ ਦੀ ਜਿਹੜੀ ਜਾਣਕਾਰੀ ਆ ਪ੍ਰੈਸ ਨੂੰ ਮੁਖਾਤਬ ਹੋ ਕੇ
ਉਹ ਦਿੰਦੇ ਰਹੇ ਨੇ ਤੇ ਪ੍ਰੈਸ ਦੇ ਰੂਬਰੂ ਹੁੰਦੇ ਰਹੇ ਨੇ। ਤੇ ਦੂਜੇ ਪਾਸੇ ਸਾਡੇ ਇੱਕ ਚਲੋ ਅਸੀਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗੱਲ ਕਰਦੇ, ਕਦੀ ਉਹ ਵੀ ਪ੍ਰੈਸ ਦੇ ਰੂਬਰੂ ਆਪਣੇ ਬਤੌਰ ਮੁੱਖ ਮੰਤਰੀ ਉਹ ਨਹੀਂ ਹੋਏ। ਤੇ ਸਾਡੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ, ਉਹ ਵੀ ਅੱਜ ਤੱਕ ਕਦੇ ਵੀ ਪ੍ਰੈਸ ਨਾਲ ਉਹਨਾਂ ਨੇ ਕਦੇ ਗੱਲਬਾਤ ਨਹੀਂ ਕੀਤੀ। ਹਾਂ, ਮੀਡੀਆ ਚੈਨਲ ਤੇ ਉਹ ਜ਼ਰੂਰ ਹਾਊਸਿਸ ਤੇ ਉਹਨਾਂ ਦੀ ਇੰਟਰਵਿਊ ਜ਼ਰੂਰ ਹੁੰਦੀ ਆ, ਪਰ ਪੱਤਰਕਾਰਾਂ ਦੇ ਕਦੇ ਉਹਨਾਂ ਨੇ ਸਵਾਲ ਜਾਂ ਕਦੇ ਪ੍ਰੈਸ ਨੂੰ ਕਦੇ ਵੀ ਉਹਨਾਂ ਨੇ ਆਣ ਕੇ ਡੀਲ ਨਹੀਂ ਕੀਤਾ ਜਾਂ ਪ੍ਰੈਸ ਨੂੰ ਕਦੇ ਵੀ ਮੁਖਾਤਬ ਨਹੀਂ ਹੋਏ। ਇੱਕ ਵਾਰੀ ਪਿੱਛੇ ਜੇ ਸੀ ਕੋਈ ਚੋਣਾਂ ਦਾ ਮਾਹੌਲ, ਤਾਂ ਉਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ, ਤਾਂ ਸ਼ੁਰੂ ਲੱਗੀ ਹੁਣ ਤਾਂ ਉਹਨਾਂ ਨੇ ਉਸ ਵੇਲੇ ਸਾਰੀ ਜ਼ਿੰਮੇਵਾਰੀ ਜਿਹੜੇ ਭਾਰਤ ਦੇ ਮੌਜੂਦਾ ਗ੍ਰਹਿ ਮੰਤਰੀ ਨੇ ਸ਼੍ਰੀ ਅਮਿਤ ਸ਼ਾਹ ਜੀ, ਉਹਨਾਂ ਉੱਤੇ ਪਾ ਦਿੱਤੀ। ਤਾਂ ਚੰਨੀ ਸਰਕਾਰ ਦੀ ਇਹ ਜਿਹੜੀ ਖਾਸ ਸਲਾਹੁਣਯੋਗ ਐਜ ਏ ਪੱਤਰਕਾਰੀ ਪੱਖ ਤੋਂ, ਆਪਣੇ ਇਸ ਚੈਨਲ ਦੇ ਪੱਖ ਤੋਂ ਜਾਂ ਪੱਤਰਕਾਰੀ ਪੱਖ ਤੋਂ ਮੈਂ ਇਹ ਗੱਲ ਕਹਾਂਗਾ ਕਿ ਇਹ ਗੱਲ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਸਲਾਹੁਣਯੋਗ ਹੈ, ਸ਼ਲਾਘਾ ਕਰਨਯੋਗ ਆ ਕਿ ਉਹ ਜਦੋਂ ਵੀ ਕੋਈ ਇਹੋ ਜਿਹਾ ਕੋਈ ਫੈਸਲਾ ਕਰਦੇ ਨੇ ਜਾਂ ਜਰਨਲ ਕੋਈ ਐਲਾਨ ਕਰਨਾ ਹੁੰਦਾ ਤਾਂ ਬਕਾਇਦਾ ਪ੍ਰੈਸ ਦੇ ਰੂਬਰੂ ਜ਼ਰੂਰ ਹੁੰਦੇ ਨੇ। ਤਾਂ ਰੂਬਰੂ ਹੋਣ ਦਾ ਮਤਲਬ ਇਹ ਆ ਕਿ ਅਸੀਂ ਆਪਣੇ ਪੱਖ ਦੀ ਜਿਹੜੀ ਪਾਰਦਰਸ਼ਤਾ ਉਹ ਲਿਆਉਣੀ ਹੈ। ਤਾਂ ਸਵਾਲ ਤੁਹਾਡਾ ਜਿਹੜਾ ਸੀ ਉਹ ਐਸਐਸਪੀ ਔਰ ਡੀਸੀ ਦੀ ਮੀਟਿੰਗ ਦੇ ਨਾਲ ਸੰਬੰਧਿਤ ਸੀ, ਤਾਂ ਉਹਦਾ ਜਵਾਬ ਪੂਰਨ ਤੌਰ ਤੇ ਦੇਤਾ, ਕਿਉਂਕਿ ਤਿਉਹਾਰਾਂ ਦਾ ਮੌਸਮ ਹੈ। ਇਸ ਮੌਸਮ ਦੇ ਵਿੱਚ ਸਰਕਾਰ ਨੇ ਜਿੱਥੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣਾ, ਉਹਦੇ ਨਾਲ ਹੀ ਜਿਹੜੀਆਂ ਸਰਹੱਦੋਂ ਪਾਰ ਜਿਹੜੀਆਂ ਅੱਤਵਾਦੀ ਗਤੀਵਿਧੀਆਂ ਉਹਨਾਂ ਦੀ ਰੋਕਥਾਮ ਵਾਸਤੇ, ਤੇ ਉਹਦੇ ਨਾਲ ਹੀ ਨਾਲ ਸਭ ਤੋਂ ਮਹੱਤਵਪੂਰਨ ਪੱਖ ਜਿਹੜਾ ਉਹ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਜਿਹੜਾ ਕੋਈ ਦੀਵਾਲੀ ਗਿਫਟ ਹੈ, ਦੀਵਾਲੀ ਤੋਹਫਾ ਜਿਹੜਾ ਚੰਨੀ ਸਰਕਾਰ ਵੱਲੋਂ ਦਿੱਤਾ ਜਾਣਾ, ਉਹਦੇ ਫੀਡਬੈਕ ਇਕੱਤਰ ਕਰਨ ਔਰ ਲੋਕਾਂ ਦੇ ਬੇਪਰਵਾਹ ਦੀ ਜਿਹੜੀ ਜਾਣਕਾਰੀ ਨੂੰ ਇਕੱਤਰ ਕਰਦਾ ਹੈ। ਜੀ ਮਾਨ ਸਾਹਿਬ। ਅਣਖੀ ਸਾਹਿਬ, ਚਲੋ ਇਹ ਤਾਂ ਮੀਟਿੰਗ ਤੁਸੀਂ ਦੱਸ ਰਹੇ ਹੋ ਵੀ ਇਹ ਵਿਕਾਸ ਕਾਰਜਾਂ ਦੀ ਸਮੀਖਿਆ ਹੋਏਗੀ ਜਾਂ ਕਾਨੂੰਨ ਵਿਵਸਥਾ ਬਾਰੇ ਸਮੀਖਿਆ ਕੀਤੀ ਜਾਵੇਗੀ, ਸਾਰੇ ਐਸਐਸਪੀ ਹੋਣਗੇ, ਸਾਰੇ ਡੀਸੀ ਹੋਣਗੇ, ਲੇਕਿਨ ਕੁਝ ਜਾਣਕਾਰੀ ਮਿਲੀ ਹੈ ਵੀ ਜਿਹੜਾ ਦੀਵਾਲੀ ਗਿਫਟ ਦੇਣ ਦੇ ਚੱਕਰ ਦੇ ਵਿੱਚ ਨੇ, ਵੱਡਾ ਬਿਆਨ ਕੱਲ ਜ਼ਰੂਰ ਆਏਗਾ, ਕੁਝ ਪਤਾ ਲੱਗ ਰਿਹਾ ਵੀ ਉਹ ਕਿਸ ਸੰਦਰਭ ਦੇ ਵਿੱਚ ਗਿਫਟ ਹੋ ਸਕਦਾ, ਕਿਹੜੇ ਲੋਕਾਂ ਲਈ ਖੁਸ਼ੀ ਦੀ ਦੀਵਾਲੀ ਆ ਸਕਦੀ, ਇਸ ਤਰ੍ਹਾਂ ਪਤਾ ਲੱਗਿਆ ਜੀ ਕੁਝ? ਦੇਖੋ ਜੀ, ਜਿਹੜੀਆਂ ਕਿਆਸ ਰਾਈਆਂ ਨੇ, ਕਿਆਸ ਰਾਈਆਂ ਤੇ ਬਹੁਤ ਨੇ। ਸਭ ਤੋਂ ਤੇ ਕਿਆਸ ਰਾਈਆਂ ਇਹਨੇ ਕਿ ਬਿਜਲੀ ਜਿਹੜੀ ਆ ਪੰਜਾਬ ਦੇ ਲੋਕਾਂ ਦੀ ਇੱਕ ਮੁੱਢਲੀ ਵਰਤੋਂ, ਬਿਜਲੀ ਦੇ ਸਮਝੌਤੇ ਰੱਦ ਕਰਕੇ ਸਸਤੀ ਬਿਜਲੀ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ। ਉਸ ਤੋਂ ਵੱਧ ਸਭ ਤੋਂ ਵੱਡੀ ਜਿਹੜੀ ਗੱਲ ਆ, ਬੀਤੇ 30 40 ਸਾਲ ਤੋਂ ਉਹ ਲੋਕ ਜਿਹੜੇ ਲੋਕ ਠੇਕੇਦਾਰੀ ਸਿਸਟਮ ਦੇ ਤਹਿਤ ਪਹਿਲਾਂ 10 ਸਾਲ ਕੈਪਟਨ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਕੋਲ ਲੁੱਟੇ ਜਾਂਦੇ ਰਹੇ, ਤੇ 4.5 ਸਾਲ ਬਾਅਦ ਇਹ ਕੈਪਟਨ ਅਮਰਿੰਦਰ ਸਿੰਘ ਕੋਲ ਲੁੱਟੇ ਜਾਂਦੇ, ਉਹਨਾਂ ਦੇ ਸੰਬੰਧ ਵਿੱਚ ਕੋਈ ਬਿਆਨ ਜਿਹੜੀ ਚਰਨਜੀਤ ਸਿੰਘ ਚੰਨੀ ਸਰਕਾਰ ਕਰ ਸਕਦੀ ਹੈ। ਉਸ ਭਾਵਨਾਵਾਂ ਨੇ ਜੋ ਸਾਡੇ ਕੋਲ ਪਹੁੰਚੀਆਂ ਨੇ। ਇਸ ਤੋਂ ਇਲਾਵਾ ਬੜੇ ਮੁੱਦੇ ਨੇ। ਵੇਖੋ, ਜੇਕਰ ਇਹੋ ਜਿਹੀ ਅਸੀਂ ਗੱਲ ਕਰੀਏ ਚੰਨੀ ਸਰਕਾਰ ਸਵੇਰੇ ਕੋਈ ਅਲਾਦੀਨ ਦਾ ਚਿਰਾਗ ਪ੍ਰਗਟ ਕਰ ਦੂਗੀ, ਇਹੋ ਜਿਹੀ ਗੱਲ ਤਾਂ ਹੋਣੀ ਨਹੀਂ ਆ। ਉਹੀ ਲਟਕਣੇ ਮੁੱਦੇ ਜਾਂ ਜਿਨ੍ਹਾਂ ਲੋਕਾਂ ਨਾਲ ਆਮ ਲੋਕ ਦੀਆਂ ਜ਼ਰੂਰਤਾਂ ਜੁੜੀਆਂ ਨੇ, ਉਹੀ ਜ਼ਰੂਰਤਾਂ ਦੇ ਰੂਪ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੁਣੀ ਅਜਿਹਾ ਐਲਾਨ ਕਰਨਗੇ ਕਿ ਜਿਹੜੇ ਪੰਜਾਬ ਦੇ ਲੋਕਾਂ ਨੂੰ ਰਾਹਤ ਜਿਹੜੀ ਦੇਣਗੇ। ਦੇਖੋ, ਜੇਕਰ ਤੇਲ ਦੀਆਂ ਕੀਮਤਾਂ ਘਟਦੀਆਂ ਤਾਂ ਉਹ ਕੇਂਦਰ ਸਰਕਾਰ ਦੇ ਹੈ, ਪਰ ਹਾਂ ਜੇਕਰ ਹਰਿਆਣੇ ਦੇ ਵਿੱਚ ਤੇਲ ਸਸਤਾ, ਚੰਡੀਗੜ੍ਹ 'ਚ ਤੇਲ ਸਸਤਾ, ਤੇ ਪੰਜਾਬ 'ਚ ਤੇਲ ਵੀ ਸਸਤਾ ਹੋਣਾ ਚਾਹੀਦਾ। ਸਰਕਾਰ ਉਹ ਤੋਂ ਵੈਟ ਹਟਾ ਸਕਦੀ ਹੈ, ਪਰ ਸ਼ਾਇਦ ਸਰਕਾਰ ਦੇ ਉਸ ਪਾਸੇ ਜਾਣਾ ਨਹੀਂ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੇ ਸੱਜੇ ਪਾਸੇ ਜਿਹੜੇ ਵਿਅਕਤੀ ਬੈਠੇ ਹੁੰਦੇ ਨੇ, ਸ਼ਾਇਦ ਉਹਨਾਂ ਦੇ ਦਿਸ਼ਾ ਨਿਰਦੇਸ਼ ਉਹਨਾਂ ਨੂੰ ਨਹੀਂ ਮਿਲਦੇ। ਪਰ ਫਿਰ ਵੀ ਇਸ ਸਭ ਦੇ ਬਾਵਜੂਦ ਸਾਨੂੰ ਸਾਰਿਆਂ ਨੂੰ ਆਸ਼ਾਵਾਦੀ ਰਹਿਣਾ ਚਾਹੀਦਾ ਕਿ ਪੰਜਾਬ ਦੀ ਕੱਲ੍ਹ ਦੀ ਚੰਨੀ ਸਰਕਾਰ ਸ਼ਾਇਦ ਲੋਕ ਪੱਖੀ ਫੈਸਲੇ ਲੈ ਕੇ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾਵੇ। ਬਾਕੀ ਆਪਣੇ ਮਾਨ ਸਾਹਿਬ ਇਹ ਗੱਲ ਤਾਂ ਸ਼ਾਹ ਮੁਹੰਮਦ ਵੀ ਲਿਖਦਾ ਕਿ ਸਦਾ ਨਹੀਂ ਦੌਲਤਾਂ ਫੀਲ ਕੋਲੇ, ਸਦਾ ਨਹੀਂ ਚਿਹਰਾ ਸ਼ਾਇਦ ਰਾਜਾ ਦੇਸਨੀਆਂ, ਸ਼ਾਹ ਮੁਹੰਮਦ ਦਾ ਰਹੇਗਾ ਰੱਬ ਸੱਚਾ। ਕਹਾਣੀ ਤੇ ਇਹ ਮੁੱਕਦੀ ਹੈ ਕਿ ਜੋ ਤੁਸੀਂ ਕਰਦੇ ਜੇ ਤੁਹਾਡਾ ਕਿਰਦਾਰ ਤੁਹਾਡੇ ਜਾਣ ਤੋਂ ਮਗਰੋਂ ਪਛਾਣਿਆ ਜਾਂਦਾ। ਪਰਮਾਤਮਾ ਕਰੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਲੰਮੀ ਉਮਰ ਬਖਸ਼ੇ, ਪਰ ਉਹਨਾਂ ਦੇ ਉਹ ਕਿਰਦਾਰ, ਉਹ ਫੈਸਲੇ ਹਮੇਸ਼ਾ ਯਾਦ ਰੱਖੇ ਜਾਣਗੇ ਜਿਹੜੇ ਪੰਜਾਬ ਦੇ ਲੋਕ ਹਿੱਤਾਂ ਵਿੱਚ ਹੋਣਗੇ। ਨਹੀਂ ਤਾਂ ਦੂਜੇ ਪਾਸੇ ਤਾਂ ਬੜੇ ਮੁੱਖ ਮੰਤਰੀ ਨੇ ਅਜਿਹੇ ਨੇ ਕਿ ਜਿਹੜੇ ਹੁਣ ਆਪਣਾ ਸਮਾਂ ਵਿਹਾ ਚੁੱਕੇ ਨੇ, ਤੇ ਅਜੇ ਵੀ ਕਈ ਵਾਰੀ ਅਗਲੇ ਮੁੱਖ ਮੰਤਰੀ ਬਣਨ ਦੀ ਆਸ ਰੱਖਦੇ ਨੇ। ਗੱਲ ਤੁਹਾਡੇ ਉਸ ਕਿਰਦਾਰ ਦੀ ਨਹੀਂ ਹੈ ਕਿ ਜਿਹੜਾ ਕਿਰਦਾਰ ਤੁਸੀਂ ਬਣ ਕੇ ਪੇਸ਼ ਕੀਤਾ। ਗੱਲ ਇਹ ਹੈ ਕਿ ਜਦੋਂ ਤੁਹਾਡਾ ਕਾਰਜਕਾਲ ਆਇਆ, ਜੋ ਤੁਸੀਂ ਆਪਣੇ ਉਸ ਕਾਰਜਕਾਲ ਦੇ ਦੌਰਾਨ ਕੰਮ ਕੀਤੇ, ਜਿਨ੍ਹਾਂ ਦੀ ਬਦੌਲਤ ਤੁਹਾਨੂੰ ਲੋਕ ਸਦੀਆਂ ਤੱਕ ਯਾਦ ਰੱਖਣ, ਕਿਉਂਕਿ ਇਤਿਹਾਸ ਮਾਨ ਸਾਹਿਬ ਕਦੇ ਵੀ ਕਿਸੇ ਨੂੰ ਮਾਫ ਨਹੀਂ ਕਰਦਾ। ਜਿੰਨਾ ਤੁਸੀਂ ਮਰਜ਼ੀ ਇਤਿਹਾਸ ਨੂੰ ਮਿਟਾਉਣ ਦਾ ਯਤਨ ਕਰੋ, ਉਸ ਨੂੰ ਦੁਬਾਰਾ ਲਿਖਾਉਣ ਦਾ ਯਤਨ ਕਰੋ। ਜੇ ਅਸ਼ੋਕਾ ਦਾ ਗ੍ਰੇਡ ਚੱਲਦਾ ਤਾਂ ਚੱਲਣਾ ਹੀ ਚੱਲਣਾ, ਜੇ ਚੰਦਰਗੁਪਤ ਮੌਰੀਆ ਤਾਂ ਮਹਾਨ ਚੱਲਣਾ ਤਾਂ ਚੱਲਣਾ ਹੀ ਚੱਲਣਾ, ਤਾਂ ਅਕਬਰ ਦਾ ਗ੍ਰੇਡ ਚੱਲਣਾ ਤਾਂ ਚੱਲਣਾ ਹੀ ਚੱਲਣਾ। ਤੇ ਜੇਕਰ ਦੂਜੇ ਪਾਸੇ ਔਰੰਗਜ਼ੇਬ ਜਿਹੜਾ ਭਾਰਤੀ ਇਤਿਹਾਸ ਦੇ ਵਿੱਚ ਖਲਨਾਇਕ
ਦਰਜ ਹੈਗਾ ਤਾਂ ਉਹ ਹੋਣਾ ਹੀ ਹੋਣਾ। ਤਾਂ ਜੇਕਰ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜੇਕਰ ਸੂਬਾ ਸਰਹੰਦ ਇੱਕ ਖਲਨਾਇਕ ਦੇ ਪਾਤਰ ਵਜੋਂ ਚੱਲਦਾ ਤਾਂ ਉਹ ਰਹਿਣਾ ਹੀ ਰਹਿਣਾ। ਤੇ ਦੂਜੇ ਪਾਸੇ ਜਿਹੜੇ ਮਲੇਰਕੋਟਲੇ ਦਾ ਨਵਾਬ ਸੀ ਉਹਦਾ ਨਾਂ ਹਮੇਸ਼ਾ ਇਤਿਹਾਸ 'ਚ ਅਮਰ ਰਹਿਣਾ। ਸੋ ਸਮਾਂ ਇਹ ਹੁੰਦਾ ਕਿ ਤੁਸੀਂ ਆਪਣੀ ਗਤੀਵਿਧੀਆਂ ਨਾਲ ਆਪਣਾ ਨਾਮ ਨੂੰ ਕਿੱਥੇ ਕੁ ਸਥਾਪਿਤ ਕਰਦਾ ਕਿ 4 ਸਾਲ ਜਾਂ 4.5 ਸਾਲ ਜਿੰਨਾ ਕੁ ਤੁਹਾਨੂੰ ਟਾਈਮ ਮਿਲਿਆ, ਕੀ ਤੁਸੀਂ ਅਯਾਸ਼ੀਆਂ ਦੇ ਵਿੱਚ ਗਵਾਉਣਾ ਕਿ ਜਾਂ 2 ਮਹੀਨੇ ਜਿਹੜੇ ਤੁਹਾਨੂੰ ਮਿਲੇ ਨੇ ਉਹਨਾਂ ਮਹੀਨਿਆਂ ਦੇ ਵਿੱਚ ਕੁਝ ਅਜਿਹੇ ਫੈਸਲੇ ਕਰਕੇ ਲੋਕ ਹਿੱਤ ਸਵਾਰ ਚੜੇ ਆ ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਲੋਕ ਤੁਹਾਡਾ ਨਾਮ ਯਾਦ ਰੱਖਣਗੇ। ਬਿਲਕੁਲ ਸਰ, ਤੁਸੀਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਉਹ ਐਕਸ਼ਨ ਮੂਡ ਦੇ ਵਿੱਚ ਨੇ। ਚਰਨਜੀਤ ਸਿੰਘ ਚੰਨੀ ਵੱਡੇ ਵੱਡੇ ਫੈਸਲੇ ਲੈ ਰਹੇ ਨੇ ਤੇ ਉਹਨਾਂ ਨੂੰ ਲਾਗੂ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਨੇ, ਭਾਵੇਂ ਕਿ ਉਹਨਾਂ ਕੋਲ ਟਾਈਮ ਥੋੜਾ ਹੈ, ਭਾਵੇਂ ਕਿ ਐਕਸ਼ਨ ਮੂਡ ਦੇ ਵਿੱਚ ਨੇ, ਵੱਡੇ ਵੱਡੇ ਐਲਾਨ ਕਰ ਰਹੇ ਨੇ, ਵੱਡੇ ਵੱਡੇ ਫੈਸਲੇ ਲੈਣ ਦੀ ਕੋਸ਼ਿਸ਼ ਹੈਗੀ ਚੰਨੀ ਸਰਕਾਰ ਵੱਲੋਂ। ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਹਮਲਾ ਸਵੇਰੇ ਛੋਟੇ ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀਗਾ, ਸੀਐਮ ਚੰਨੀ ਨੂੰ ਲੈ ਕੇ, ਸਰਕਾਰ ਦੀ ਕਾਰਜਸ਼ੈਲੀ ਨੂੰ ਲੈ ਕੇ। ਸ਼ਾਮਾਂ ਪੈਂਦੇ ਤੱਕ ਵੱਡੇ ਬਾਦਲ ਸਾਹਿਬ ਵੀ ਐਕਸ਼ਨ ਮੂਡ ਦੇ ਵਿੱਚ ਆ ਗਏ ਨੇ, ਭਾਵੇਂ ਕਿ ਹੁਣ ਉਮਰ ਦਾ ਤਕਾਜ਼ਾ ਲਾ ਲਓ ਜਾਂ ਸਿਹਤ ਦਾ ਤਕਾਜ਼ਾ ਲਾ ਲਓ, ਉਹ ਰਾਜਨੀਤੀ ਤੋਂ ਥੋੜੀ ਦੂਰੀ ਬਣਾ ਕੇ ਰੱਖਦੇ ਨੇ। ਜੇਕਰ ਪਿਛਲੇ ਟਾਈਮ ਦੀ ਗੱਲ ਕਰੀਏ, ਪਿਛਲੇ 2-3 ਸਾਲਾਂ ਦੇਖੀਏ ਤਾਂ ਬਹੁਤੇ ਐਕਟਿਵ ਨਜ਼ਰ ਨਹੀਂ ਆਏ। ਹਾਂ, ਇੱਕ ਪਿੱਛੇ ਆਪਾਂ ਰੈਲੀ ਛੱਡ ਦਈਏ ਹਰਿਆਣੇ ਦੀ, ਜਿੱਥੇ ਉਹ ਸਪੈਸ਼ਲ ਪਹੁੰਚੇ ਸੀਗੇ, ਉੱਥੇ ਸੰਬੋਧਨ ਵੀ ਕੀਤਾ ਸੀ। ਤੇ ਅੱਜ ਉਹਨਾਂ ਦੇ ਵੱਲੋਂ ਇੱਕ ਭਾਵੇਂ ਵਿਅੰਗ ਕੀਤਾ ਗਿਆ, ਇੱਕ ਹਮਲਾ ਕੀਤਾ ਗਿਆਗਾ ਕਾਂਗਰਸ ਸਰਕਾਰ ਨੂੰ ਲੈ ਕੇ। ਉਹਨਾਂ ਨੇ ਤੰਜ ਕੱਸਿਆ ਜੀ, ਵਿਅੰਗ ਕੀਤਾ ਹੈ ਵੀ ਪੰਜਾਬ ਦੇ ਕਾਂਗਰਸ ਪ੍ਰਧਾਨ ਅਤੇ ਪੰਜਾਬ ਦੇ ਸੀਐਮ ਉਹਨਾਂ ਦੇ ਇੱਕ ਦੂਜੇ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਨੇ, ਇਕੱਠੇ ਹੋ ਕੇ ਕੰਮ ਨਹੀਂ ਕਰ ਰਹੇ। ਉਹਨਾਂ ਨੇ ਇੱਕ ਵਿਅੰਗ ਕੀਤਾ ਵੀ ਜੇਕਰ ਇਕੱਠੇ ਹੋ ਕੇ ਕੰਮ ਨਹੀਂ ਕਰਨਗੇ ਤਾਂ ਸਰਕਾਰ ਕਦੇ ਵੀ ਸਕਸੈਸਫੁਲ ਨਹੀਂ ਹੋ ਸਕਦੀ। ਤਾਂ ਉਹਨਾਂ ਨੇ ਕਿਹਾ ਵੀ ਇਹ ਇੱਕ ਦੂਜੇ ਲੱਤਾਂ ਖਿੱਚ ਰਹੇ ਨੇ, ਜਦੋਂ ਇਹ ਇਕੱਠੇ ਹੋਣ ਦੀ ਕੋਸ਼ਿਸ਼ ਕਰਦੇ ਨੇ ਤੇ ਬਾਕੀ ਵਿਧਾਇਕ ਮੰਤਰੀ ਨਾਲ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰਦੇ ਨੇ। ਕਿਵੇਂ ਦੇਖ ਰਹੇ ਉਹਨਾਂ ਦੇ ਬਿਆਨ ਨੂੰ? ਤੇ ਨਾਲ ਹੀ ਨਾਲ ਇਹਨਾਂ ਦੋਹਾਂ ਤੋਂ ਇਲਾਵਾ ਇੱਕ ਵਿਅੰਗ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਵੀ ਕੀਤਾ। ਉਹਨਾਂ ਨੇ ਕਿਹਾ ਵੀ ਉਹ ਅਹੁਦੇ ਦੇ ਲਾਲਚੀ ਨੇ, ਜਦੋਂ ਉਹਨਾਂ ਤੋਂ ਅਹੁਦਾ ਖੁੱਸਿਆ ਉਹਨਾਂ ਨੇ ਪਾਰਟੀ ਛੱਡ ਦਿੱਤੀ। ਉਹਨਾਂ ਨੇ ਆਪਣੀ ਬਾਰੇ ਦੱਸਦੇ ਹੋਏ ਕਿਹਾ ਕਿ ਮੈਨੂੰ ਕਈ ਵਾਰ ਪਾਰਟੀ ਦੇ ਵਿੱਚ ਕੋਈ ਅਹੁਦਾ ਨਹੀਂ ਮਿਲਿਆ, ਲੇਕਿਨ ਮੈਂ ਲੋਕ ਹਿੱਤਾਂ ਦੇ ਲਈ ਆਪਣੀ ਪਾਰਟੀ ਨਾਲ ਜੁੜਿਆ ਰਿਹਾ। ਜੇਕਰ ਤੁਹਾਨੂੰ ਪਾਰਟੀ ਦੇ ਵਿੱਚ ਕੋਈ ਅਹੁਦਾ ਨਹੀਂ ਮਿਲਦਾ, ਕੋਈ ਜ਼ਿੰਮੇਵਾਰੀ ਨਹੀਂ ਮਿਲਦੀ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੀ ਪਾਰਟੀ ਨੂੰ ਸਾਈਡ ਛੱਡ ਕੇ ਲਾਂਭੇ ਹੋ ਜਾਵੋ। ਸੋ ਉਹਨਾਂ ਨੇ ਉਹਨਾਂ ਦੇ ਉੱਪਰ ਵੀ ਵਿਅੰਗ ਕੀਤਾ, ਕੈਪਟਨ ਅਮਰਿੰਦਰ ਦੇ ਉੱਪਰ। ਕਿਵੇਂ ਦੇਖ ਰਹੇ ਹੋ? ਇੱਕ ਛੋਟੇ ਜਿਹੇ ਵਿਅੰਗ ਦੇ ਵਿੱਚ ਤਿੰਨਾਂ ਨੂੰ ਲੈ ਲਿਆ, ਸੀਐਮ, ਕਾਂਗਰਸ ਪ੍ਰਧਾਨ ਤੇ ਕੈਪਟਨ ਅਮਰਿੰਦਰ ਸਿੰਘ। ਕਿਵੇਂ ਦੇਖ ਰਹੇ ਹੋ ਵੱਡੇ ਬਾਦਲ ਸਾਹਿਬ ਦੇ ਬਿਆਨ? ਦੇਖੋ, ਬਾਦਲ ਸਾਹਿਬ ਬੜੇ ਸਤਿਕਾਰ ਸ਼ਖਸੀਅਤ ਨੇ। ਉਮਰ ਦੇ ਲਿਹਾਜ਼ ਨਾਲ ਵੀ ਪੰਜਾਬ 5 ਵਾਰੀ ਮੁੱਖ ਮੰਤਰੀ ਰਹੇ ਨੇ। ਉਹਨਾਂ ਦੇ ਬਿਆਨਾਂ ਤੇ ਟੀਕਾ ਟਿੱਪਣੀ ਕਰਨਾ ਸ਼ਾਇਦ ਕੁਝ ਮਤਲਬ ਮੇਰੇ ਵਰਗਾ ਬੰਦਾ ਕਈ ਵਾਰੀ ਸੋਚ ਲੈਂਦਾ ਕਿ ਉਮਰ ਦੇ ਲਿਹਾਜ਼ ਦੇ ਨਾਲ ਕਿ ਟੀਕਾ ਟਿੱਪਣੀ ਉਹਨਾਂ ਦੇ ਬਿਆਨ ਜਿਹੜੇ ਬੜੇ ਸਹੀ ਹੁੰਦੇ ਆ, ਕਿਉਂਕਿ ਉਹਨਾਂ ਨੇ ਇੱਕ ਲੰਮਾ ਸਮਾਂ ਰਾਜਨੀਤੀ ਦੇ ਵਿੱਚ ਬਿਤਾਇਆ। ਔਰ ਇੱਕ ਗੱਲ ਮਾਨ ਸਾਹਿਬ ਯਾਦ ਰੱਖਿਓ ਕਿ ਬਾਦਲ ਯੁੱਗ ਆ, ਬਾਦਲ ਆਪਣੇ ਪ੍ਰਕਾਸ਼ ਸਿੰਘ ਬਾਦਲ ਇੱਕ ਵਿਅਕਤੀ ਦਾ ਨਾਮ ਨਹੀਂ ਹੈ। ਭਾਰਤੀ ਖਾਸ ਤੌਰ ਤੇ ਪੰਜਾਬ ਦੀ ਸਿੱਖ ਰਾਜਨੀਤੀ ਦੇ ਵਿੱਚ ਗੁਰਚਰਨ ਸਿੰਘ ਟੌਹੜੇ ਤੋਂ ਬਾਅਦ ਜਾਂ ਉਹਨਾਂ ਦੇ ਬਰਾਬਰ ਇੱਕ ਨਾਮ ਹੁੰਦਾ ਤਾਂ ਪ੍ਰਕਾਸ਼ ਸਿੰਘ ਬਾਦਲ ਇੱਕ ਯੁੱਗ ਸਿਆਸਤ ਦਾ ਨਾਮ ਆ ਪੰਜਾਬ ਦੀ, ਖਾਸ ਤੌਰ ਤੇ ਸਿੱਖ ਸਿਆਸਤ ਦੇ ਵਿੱਚ। ਬਹੁਤ ਵਧੀਆ ਉਹਨਾਂ ਦੇ ਬਿਆਨ ਨੇ ਕਿ ਪਾਰਟੀ ਨਾਲ ਕਦੀ ਗਦਾਰੀ ਨਹੀਂ ਕਰਨੀ ਚਾਹੀਦੀ। ਜਿਸ ਤਰੀਕੇ ਨਾਲ ਸੁਖਬੀਰ ਸਿੰਘ ਮਾਫ ਕਰਦਾ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੋਣੀ ਕੁਰਸੀ ਦੇ ਲਾਲਚ ਦੇ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਰਹੇ ਆ। ਦੇਖੋ, ਬਾਦਲ ਸਾਹਿਬ ਦਾ ਕਿੱਡਾ ਵਧੀਆ ਬਿਆਨ ਆ। ਇਸ ਬਿਆਨ ਦੀ ਸ਼ਲਾਘਾ ਕਰਨੀ ਚਾਹੀਦੀ ਬੰਦੇ ਨੂੰ ਕਿ ਬੰਦਾ ਪਾਰਟੀ ਨਾਲ ਹਮੇਸ਼ਾ ਜੁੜਿਆ ਰਹੇ। ਔਰ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਨੂੰ ਆਪਸ ਦੇ ਵਿੱਚ ਮਿਲ ਕੇ ਕੰਮ ਕਰਨਾ ਚਾਹੀਦਾ। ਦੇਖੋ, ਇਹ ਉਮਰ ਦਾ ਤਜਰਬਾ ਹੈ ਮਾਨ ਸਾਹਿਬ ਕੀ ਬਾਦਲ ਸਾਹਿਬ ਦੀ ਸਾਰੀ ਉਮਰ ਸਿਆਸਤ 'ਚ ਲੰਘੀ ਆ। ਕਿੰਨੇ ਗੂੜੇ ਉਹਨਾਂ ਨੇ ਤਜਰਬੇ ਜਿਹੜੇ ਆ ਉਹ ਅੱਜ ਆਪਣੇ ਪੰਜਾਬ ਦੇ ਵਾਸੀਆਂ ਨਾਲ ਸਾਂਝੇ ਕੀਤੇ ਆ, ਤਾਂ ਬੜੀ ਵਧੀਆ ਗੱਲ ਲੱਗਦੀ ਆ। ਇੱਕ ਮਿੰਟ ਮੈਂ ਤੁਹਾਨੂੰ ਮੈਂ ਗੱਲ ਲੱਗਾ ਦੱਸਣ। ਵੈਸੇ ਮਾਨ ਸਾਹਿਬ, ਮੇਰਾ ਦਾਦੇ ਦੀ ਉਮਰ ਨਾ ਮੇਰਾ ਖਿਆਲ ਉਸ ਵੇਲੇ 80 ਸਾਲ ਸੀ। ਤੇ ਮੇਰੇ ਦਾਦੇ ਨੂੰ ਮਤਲਬ ਕਈ ਵਾਰੀ ਮੇਰੇ ਬਜ਼ੁਰਗ ਦਾ, ਮੇਰੇ ਪਿਤਾ ਜੀ ਦਾ ਨਾਮ ਭੁੱਲ ਜਾਣਾ। ਤੇ ਮੇਰੇ ਬਜ਼ੁਰਗ ਵੀ ਬਿਮਾਰ ਹੋਏ ਤੇ ਉਹ ਉਹਨਾਂ ਦੀ ਏਜ ਮੇਰਾ ਖਿਆਲ ਉਦੋਂ 75 ਸਾਲ ਸੀ। ਉਹ ਫਾਦਰ ਮਤਲਬ ਬਾਅਦ ਦੀ ਗੱਲ ਮੈਂ ਕਰਨ ਲੱਗਾ ਕਿ ਜਦੋਂ ਫਾਦਰ ਸਾਹਿਬ ਦੀ ਡੈਥ ਮਤਲਬ ਹੁੰਦੀ ਹੈ ਤਾਂ ਉਸ ਸਮੇਂ ਕਈ ਵਾਰੀ ਮੈਂ ਬਜ਼ੁਰਗ ਨੂੰ ਕੋਈ ਗੱਲਾਂ ਬਾਤਾਂ ਕਰਦੀਆਂ ਆਪਣੇ ਪਿਤਾ ਜੀ ਦੇ ਨਾਲ ਤੇ ਉਹਨਾਂ ਨੂੰ ਚੇਤਾ ਚੁਤਾ ਭੁੱਲ ਜਾਂਦਾ ਹੁੰਦਾ, ਇਹ ਨਾਮ ਨੂੰ ਚੇਤੇ ਰਹਿ ਜਾਣਗੇ ਕਿ ਵੀ ਪਛਾਣ ਦੀ ਗੱਲ ਹੋਣੀ। ਪਰ ਦੂਜੇ ਪਾਸੇ ਜਦੋਂ ਮੈਂ ਪ੍ਰਕਾਸ਼ ਸਿੰਘ ਬਾਦਲ ਦੀ 95 ਸਾਲ ਜਾਂ 90 ਸਾਲ ਦੀ ਉਮਰ ਵੱਲ ਵੇਖਣਾ ਤੇ ਯਾਦਾਸ਼ਤ ਦਾ ਤਕਾਜ਼ਾ ਵੇਖਣਾ, ਕਿਆ ਕਮਾਲ ਆ। ਮਤਲਬ ਕੋਈ ਚੀਜ਼ਾਂ ਭੁੱਲਦੀਆਂ ਨਹੀਂ ਆ।
ਤਾਂ ਕਹਿਣ ਦਾ ਅਰਥ ਹੈ ਕਿ ਜਿਹੜੇ ਲੋਕ ਹਮੇਸ਼ਾ ਪਰਮਾਤਮਾ ਵੱਲੋਂ ਇਹੋ ਹੀ ਕੁਝ ਕਰਨ ਆਉਂਦੇ ਆ, ਪਰਮਾਤਮਾ ਤੇ ਉਹਨਾਂ ਦੇ ਉੱਤੇ ਰੱਬੀ ਮਿਹਰ ਹੁੰਦੀ ਆ। ਪਤਾ ਨਹੀਂ ਇਹੋ ਜਿਹੀ ਰੱਬੀ ਮਿਹਰ ਸਾਡੇ ਬਜ਼ੁਰਗਾਂ ਦਾ, ਨਾ ਮੇਰੇ ਦਾਦੇ ਦੇ, ਨਾ ਮੇਰੇ ਪਾਪੇ ਦੇ, ਨਾ ਮੇਰੇ ਹੋਰ ਚਾਚੇ ਦੇ ਮੈਂ ਨਹੀਂ ਵੇਖੀ, ਤੇ ਮੇਰੇ ਵਰਗੇ ਕਿਸੇ ਬੰਦੇ ਨੂੰ ਨਹੀਂ ਵੇਖੀ ਹੋਣੀ ਕਿ ਜਿਹਨੂੰ ਕੋਈ 80 ਸਾਲ ਤੋਂ ਬਾਅਦ ਸਾਰਾ ਕੁਝ ਯਾਦ ਰਿਹਾ ਹੋਊਗਾ, ਪਾਰਟੀ ਇਹ ਉਹ। ਹਾਂ, ਜਸਟ ਇੱਕ ਮੈਂ ਗੱਲ ਕਰ ਰਿਹਾ ਤਾਂ ਪਰਮਾਤਮਾ ਉਹਨਾਂ ਦੀ ਲੰਮੀ ਲੰਮੀ ਉਮਰ ਬਖਸ਼ੇ, ਪਰਮਾਤਮਾ ਉਹਨਾਂ ਨੂੰ ਹੋਰ ਜੀਵਨ ਬਖਸ਼ੇ ਕਿ ਬਾਦਲ ਸਾਹਿਬ ਹਮੇਸ਼ਾ ਪਾਰਟੀ ਨੂੰ, ਪੰਜਾਬ ਦੇ ਭਲੇ ਵਾਸਤੇ ਸੋਚਦੇ ਰਹਿਣ। ਆਹ ਜਿਹੜੇ ਤੁਸੀਂ ਬਿਆਨ ਕੀਤੇ ਨੇ ਬੜੇ ਵਧੀਆ ਨੇ। ਪਾਰਟੀ ਦੇ ਵਿੱਚ ਪਿੱਠ 'ਚ ਕਦੀ ਛੁਰਾ ਨਹੀਂ ਮਾਰਨਾ ਚਾਹੀਦਾ, ਕੁਰਸੀ ਦਾ ਲਾਲਚ ਨਹੀਂ ਕਰਨਾ ਚਾਹੀਦਾ। ਪਰ ਮਾਨ ਸਾਹਿਬ, ਜਦੋਂ ਮੈਂ ਇਹ ਬਾਦਲ ਸਾਹਿਬ ਦੀ ਸਟੇਟਮੈਂਟ ਤੁਸੀਂ ਮੇਰੇ ਨਾਲ ਗੱਲ ਕੀਤੀ ਨਾ, ਹੁਣ ਸਟੈਪ ਬਾਈ ਸਟੈਪ ਗੱਲ ਕਰਿਓ, ਤਾਂ ਮੈਨੂੰ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਯਾਦ ਆਉਂਦੀ 1985 ਦੇ ਵਿੱਚ। 1985 ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ, ਕੈਪਟਨ ਅਮਰਿੰਦਰ ਸਿੰਘ ਉਸ ਸਰਕਾਰ 'ਚ ਖੇਤੀਬਾੜੀ ਮੰਤਰੀ ਬਣਦੇ ਆ। ਪ੍ਰਕਾਸ਼ ਸਿੰਘ ਬਾਦਲ ਹੁਣ ਕੁਝ ਨਹੀਂ ਬਣਦੇ ਕਿਉਂਕਿ ਰਜੀਵ ਲੌਂਗੋਵਾਲ ਘਾਟ ਹੋ ਚੁੱਕਾ ਹੁੰਦਾ। ਤਾਂ ਸਮੇਂ ਦੀ ਤਰਾਸਦੀ ਉਸ ਸਮੇਂ ਦੀ ਇਹ ਆ ਕਿ ਉਸ ਸਮੇਂ ਦਰਬਾਰ ਸਾਹਿਬ ਦੇ ਵਿੱਚ ਮਜਬੂਰਨ ਤੌਰ ਤੇ ਸੁਰਜੀਤ ਸਿੰਘ ਬਰਨਾਲਾ ਪੁਲਿਸ ਭੇਜਦੇ, ਕੁਝ ਕਾਰਵਾਈਆਂ ਇੱਦਾਂ ਦੀਆਂ ਹੁੰਦੀਆਂ। ਤੇ ਸਭ ਤੋਂ ਪਹਿਲਾਂ ਜਿਹੜਾ ਸਰਕਾਰ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਹੀ ਸਰਕਾਰ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋੜਦੇ ਆ ਤੇ ਗੁਰਚਰਨ ਸਿੰਘ ਟੌਹੜਾ ਨਾਲ ਜਾ ਕੇ ਤੋੜਦੇ ਆ। ਕੈਪਟਨ ਉਹ ਪੰਜਾਬ ਦੇ ਗਵਰਨਰ ਨੂੰ ਜਾ ਕੇ ਅਸਤੀਫਾ ਦਿੰਦੇ ਕਿ ਇਸ ਸਰਕਾਰ ਤੇ ਸਾਨੂੰ ਭਰੋਸਾ ਨਹੀਂ ਹੈ। ਇਹ ਤਾਂ ਇੱਕ ਗੱਲ ਹੋ ਗਈ ਕਿ ਜਿਹੜੀ ਪਾਰਟੀ 'ਚ ਛੁਰਾ ਮਾਰਨ ਦੀ ਇਹ ਗੱਲਾਂ, ਇੱਥੇ ਹਰ ਬੰਦਾ ਨਿੱਜ ਦੇ ਹਿੱਤਾਂ ਤੇ ਹੀ ਚੱਲਦਾ ਕਿ ਜੇਕਰ ਅਗਲੀ ਗੱਲ ਫਿਰ ਕਰਦੇ ਹਾਂ, ਸਮਾਂ ਇਸ ਤਰ੍ਹਾਂ ਦਾ ਕਿ ਪੰਜਾਬ ਦੇ ਵਿੱਚ ਅੱਤਵਾਦ, ਖਾੜਕੂਵਾਦ ਉਸ ਵੇਲੇ ਜ਼ੋਰਾਂ ਤੇ ਹੀ, ਤੇ 13 ਦੀਆਂ 13 ਸੀਟਾਂ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਜਿੱਤ ਗਈ ਸਾਰੇ ਲੋਕ ਸਭਾ ਮੈਂਬਰ। ਬਾਦਲ ਸਾਹਿਬ ਨੂੰ ਬਹੁਤ ਤਕਲੀਫ ਹੈ, ਬਾਦਲ ਸਾਹਿਬ ਸਾਈਡ ਤੇ ਹੋ ਗਏ। ਤਾਂ ਉਸ ਵਕਤ ਉਹਨਾਂ ਨੇ ਕਰ ਰਿਹਾ ਕਿ ਜਿਸ ਤਰੀਕੇ ਨਾਲ ਸਿੱਖ ਪੰਥ ਦੀਆਂ ਜੜ੍ਹਾਂ ਵੱਢੀਆਂ, ਇਹ ਸ਼੍ਰੋਮਣੀ ਅਕਾਲੀ, ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਕੋਈ ਨਹੀਂ ਸੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੀ, ਬਣਾਤਾ ਤੇ ਬਾਦਲ ਸਾਹਿਬ ਨੂੰ ਸੌਖਾ ਨੇ। ਪਰ ਬਾਦਲ ਸਾਹਿਬ ਵਰਗਾ ਸੁਘੜ ਸਿਆਸਤਦਾਨ ਜਾਂ ਸ਼ਾਤਰ ਸਿਆਸਤਦਾਨ ਕੋਈ ਨਹੀਂ ਸੀ। ਤਾਂ ਸਿਮਰਨਜੀਤ ਸਿੰਘ ਮਾਨ ਕਿਸ ਤਰੀਕੇ ਨਾਲ ਬੈਕਫੁੱਟ ਤੇ ਗਏ, ਅੱਜ ਤਰੀਕ ਦੀ ਉਹਦੇ ਦੀ ਪਾਰਟੀ ਦਾ ਕੋਈ ਸਰਪੰਚ ਤੱਕ ਵੀ ਨਹੀਂ ਹੈ। 1992 ਦੀਆਂ ਚੋਣਾਂ 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਬਾਈਕਾਟ ਕੀਤਾ, ਉਦੋਂ ਵੀ ਪ੍ਰਕਾਸ਼ ਸਿੰਘ ਦੀ ਭੂਮਿਕਾ ਜਿਹੜੀ ਆ ਪਤਾ ਹੈ ਸਾਰਿਆਂ ਨੂੰ ਕਿਹੋ ਜਿਹੀ ਰਹੀ। ਸੋ ਕਹਿਣ ਦਾ ਅਰਥ ਇਹ ਆ ਕਿ ਪਾਰਟੀ ਨਿੱਜੀ ਹਿੱਤਾਂ ਦੇ ਸੰਦਰਭ ਦੇ ਵਿੱਚ, ਕਿ ਜਿਸ ਤਰੀਕੇ ਨਾਲ ਉਹ ਕਹਿ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਨਹੀਂ ਛੱਡਣੀ ਚਾਹੀਦੀ, ਛੱਡਣੀ ਤਾਂ ਆਪਣੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਨਹੀਂ ਛੱਡੀ, ਪਰ ਜਿਸ ਤਰੀਕੇ ਨਾਲ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਜਦੋਂ ਆਪਣਾ ਨਿੱਜੀ ਹਿੱਤਾਂ ਕਰਕੇ ਜਦੋਂ ਨਹੀਂ ਕੁਝ ਪਹੁੰਚਿਆ, ਤੇ ਜਿਸ ਤਰੀਕੇ ਨਾਲ ਆਪਣੀ ਹੀ ਸਰਕਾਰ 1987 'ਚ ਸੁਰਜੀਤ ਸਿੰਘ ਬਰਨਾਲਾ ਦੀ ਤੋੜੀ, ਇਤਿਹਾਸ ਉਹਨਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ। ਦੂਸਰੇ ਬੰਨੇ ਫਿਰ ਅੱਗੇ ਹੋਰ ਗੱਲ ਕਰਦੇ ਹਾਂ, ਜਦੋਂ 2017 ਦੇ ਵਿੱਚ ਜਦੋਂ ਪਿੱਛੇ ਜਦੋਂ ਉਹਨਾਂ ਨੇ 17 ਤੋਂ ਪਹਿਲਾਂ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਮਾਂਡ ਹੈ ਸੁਖਬੀਰ ਸਿੰਘ ਬਾਦਲ ਦੇ ਹੱਥ ਦੇ ਵਿੱਚ ਦੇ ਦਿੱਤੀ, ਤਾਂ ਉਸ ਸਮੇਂ ਉਹਨਾਂ ਨੇ ਵੀ ਨਿੱਜੀ ਹਿੱਤਾਂ ਨੂੰ ਧਿਆਨ ਰੱਖਿਆ, ਪਾਰਟੀ ਕਰਕੇ ਨਹੀਂ ਸੀ ਧਿਆਨ ਰੱਖਿਆ। ਸਭ ਤੋਂ ਪਹਿਲਾਂ ਸਰਤੇਜ ਸਿੰਘ ਢੀਂਡਸੇ ਨੇ ਗੱਲ ਕੀਤੀ, ਉਸ ਤੋਂ ਮਤਲਬ ਬਹੁਤ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤੀ। ਤਾਂ ਇਹ ਕਹਾਣੀਆਂ ਇਹ ਵੀ ਪੁਰਾਣੀਆਂ ਨੇ। ਈਵਨ ਕਿ ਉਹਨਾਂ ਦੇ ਸੁੱਖ ਦੁੱਖ ਦਾ ਸਾਥੀ ਜਿਹੜੇ ਸਵਰਗੀ ਗੁਰਚਰਨ ਸਿੰਘ ਟੌਹੜਾ ਸੀ, ਉਹਨਾਂ ਨੇ ਵੀ ਇੱਕ ਵਾਰੀ ਇਹਨਾਂ ਨੂੰ ਬਾਦਲ ਸਾਹਿਬ ਨੂੰ ਇਹ ਗੱਲ ਕਹੀ ਕਿ ਬਾਦਲ ਸਾਹਿਬ ਪਾਰਟੀ ਦੇ ਹਿੱਤਾਂ ਵਾਸਤੇ ਸੋਚੋ, ਪਰਿਵਾਰਵਾਦ ਵਾਸਤੇ ਨਾ ਸੋਚੋ। ਪਰ ਉਹਨਾਂ ਨੇ ਉਹ ਬੰਦਾ ਪੰਥ ਰਤਨ ਜਿਸ ਨੂੰ ਕਿਹਾ ਜਾਂਦਾ, ਕੌਣ ਪੰਥ ਰਤਨ? ਮੈਂ ਗੁਰਚਰਨ ਸਿੰਘ ਟੌਹੜੇ ਦੀ ਗੱਲ ਕਰ ਰਿਹਾ। ਉਹ ਵਾਕਿਆ ਹੀ ਪੰਥ ਰਤਨ ਸਨ, ਜਿਹੜੇ ਬੰਦੇ ਧਰਤੀ ਨਾਲ ਜੁੜੇ ਸੀ। ਉਹਨਾਂ ਨੇ ਇੰਨੀ ਗੱਲ ਕਹੀ ਕਿ ਬਾਦਲ ਸਾਹਿਬ ਜੇ ਤੁਹਾਨੂੰ ਕੰਮ ਫੇਰ ਨਹੀਂ ਮਿਲਦਾ, ਕਿਸੇ ਗੁਰਦੇਵ ਸਿੰਘ ਬਾਦਲ ਸੀ ਫਰੀਦਕੋਟ ਤੋਂ, ਉਹਨਾਂ ਨੂੰ ਤੁਸੀਂ ਪਾਰਟੀ ਪ੍ਰਧਾਨ ਬਣਾ ਦਿਓ। ਸਿਰਫ ਇੰਨੀ ਗੱਲ ਕਹਿਣ ਦੀ ਦੇਰ ਸੀ ਤੇ ਗੁਰਚਰਨ ਸਿੰਘ ਟੌਹੜਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਸੱਜੀ ਖੱਬੀ ਬਾਂਹ ਸਨ, ਮਿੰਟ ਨਹੀਂ ਲਾਇਆ ਉਹਨਾਂ ਨੂੰ ਬਾਹਰ ਕੱਢਣ ਲੱਗਿਆ। ਤਾਂ ਉਸ ਤੋਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਮਾਨ ਆ ਉਹ ਹੱਥ ਹੁੰਦੀ ਆ ਸੁਖਬੀਰ ਸਿੰਘ ਬਾਦਲ ਦੇ ਹੱਥ, ਤਾਂ ਜਿਸ ਵੀ ਬੰਦੇ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੋਈ ਵੀ ਪ੍ਰਤੀਕਰਮ ਕੀਤਾ ਤਾਂ ਪਾਰਟੀ ਨੇ ਉਹਨੂੰ ਬਾਹਰ ਕੱਢਣ ਲੱਗਿਆ ਮਿੰਟ ਨਹੀਂ ਲਾਇਆ। ਈਵਨ ਕਿ ਇਹਦੀ ਉਦਾਹਰਨ ਮਨਪ੍ਰੀਤ ਸਿੰਘ ਬਾਦਲ ਵੀ ਹਨ। ਸੋ ਕਹਿਣ ਦਾ ਅਰਥ ਆ ਇਹ ਇਤਿਹਾਸ ਇਸ ਕਰਕੇ ਮੈਂ ਦੱਸ ਰਿਹਾ ਕਿ ਕੁਝ ਉਪਦੇਸ਼ ਦੇਣੇ ਬੜੇ ਸੌਖੇ ਹੁੰਦੇ ਆ, ਪਰ ਉਹਨਾਂ ਤੇ ਅਮਲ ਕਰਨਾ ਬਹੁਤ ਔਖਾ ਹੁੰਦਾ। ਪਾਰਟੀ ਨਹੀਂ ਛੱਡਣੀ ਚਾਹੀਦੀ, ਬਿਲਕੁਲ ਨਹੀਂ ਛੱਡਣੀ ਚਾਹੀਦੀ। ਪਾਰਟੀ ਦੀ ਪਿੱਠ 'ਚ ਛੁਰਾ ਨਹੀਂ ਮਾਰਨਾ ਚਾਹੀਦਾ। ਪਾਰਟੀ ਹੀ ਮਾਂ, ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਇਹ ਸ਼ਬਦ ਨੇ ਕਿ ਪਾਰਟੀ ਮਾਂ ਹੁੰਦੀ ਹੈ, ਤਾਂ ਮਾਂ ਤਾਂ ਹੁੰਦੀ ਆ,
ਪਰ ਮਾਂ ਦੇ ਪ੍ਰਤੀ ਇੱਕ ਸੱਚੇ ਪੁੱਤ ਵਰਗਾ ਫਰਜ਼ ਜਿਹੜੀ ਅੱਜ ਦੀ ਪੀੜ੍ਹੀ ਅਦਾ ਕਰ ਰਹੀ ਹੈ ਤੁਸੀਂ ਕਰੋਗੇ ਤਾਂ ਤੁਸੀਂ ਆਪਣੇ ਨਿੱਜੀ ਹਿੱਤਾਂ ਨੂੰ ਲੈ ਕੇ ਹੀ ਸ਼੍ਰੋਮਣੀ ਅਕਾਲੀ ਦਲ ਵਰਗੀ ਜਿਹੜੀ ਪਾਰਟੀ ਸੀ, ਜਿਹਨੂੰ ਸ਼ਹੀਦਾਂ ਦੀ ਪਾਰਟੀ ਕਹਿੰਦੇ ਆ, ਪੰਥ ਪ੍ਰਸਤ ਕਹਿੰਦੇ ਆ, ਉਹਨਾਂ ਨੂੰ ਬਾਦਲ ਐਂਡ ਕੰਪਨੀ ਬਣਾ ਦਿੱਤਾ। ਕਿ ਪ੍ਰੇਮ ਸਿੰਘ ਲਾਭ ਬਹੁਤ ਕਹਾਣੀਆਂ ਨੇ, ਸ਼ਾਇਦ ਆਪਣੀ ਬਹਿਸ ਦਾ ਵਿਸ਼ਾ ਲੰਮਾ ਹੋ ਜਾਵੇ, ਆਪਾਂ ਇਸ ਬਹਿਸ ਨੂੰ ਸਮਾਪਤ ਕਰਦੇ ਹੋਏ ਇਹ ਗੱਲ ਇੱਥੇ ਹੀ ਸੀਮਿਤ ਕਰਦੇ ਹਾਂ ਕਿ ਜੋ ਵੀ ਕੁਝ ਪ੍ਰਕਾਸ਼ ਸਿੰਘ ਬਾਦਲ ਹੁਣੀ ਕਹਿ ਰਹੇ ਆ ਬਹੁਤ ਚੰਗੀ ਗੱਲ ਆ ਕਿ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਤੰਜ ਕੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਪੰਜਾਬ ਦੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਇਹਨਾਂ ਨੂੰ ਤਾਲਮੇਲ ਕਰਕੇ ਚੱਲਣਾ ਚਾਹੀਦਾ। ਹਾਂਜੀ ਬਿਲਕੁਲ ਚੱਲਣਾ ਚਾਹੀਦਾ, ਪਰ ਉਹ ਤਾਂ ਹੀ ਚੱਲਣਗੇ ਨਾ ਜੇ ਪਾਪਾ ਮੁੱਖ ਮੰਤਰੀ ਹੋਵੇ ਤੇ ਮੁੰਡਾ ਪਾਰਟੀ ਦਾ ਪ੍ਰਧਾਨ ਹੋਵੇ, ਫਿਰ ਤਾਂ ਚੱਲ ਸਕਦੇ ਆ। ਪਰ ਜੇਕਰ ਇੱਕ ਪਾਸੇ ਦੋਵੇਂ ਵੱਖ-ਵੱਖ ਵਿਚਾਰਧਾਰਾ ਵਾਲੇ ਬੰਦੇ ਨੇ, ਇੱਕ ਬੰਦਾ ਲੋਕ ਮੁੱਦਿਆਂ ਦੀ ਗੱਲ ਕਰਦਾ ਤੇ ਦੂਜਾ ਬੰਦਾ ਕੁਰਸੀ ਤੇ ਹੈ, ਤਾਂ ਫਿਰ ਦੋਵਾਂ 'ਚ ਟਕਰਾਅ ਤਾਂ ਪੈਦਾ ਹੋਣਾ ਹੀ ਹੈ, ਦੋਵਾਂ ਦਾ ਸਵੈਤ ਹੋਣਾ ਹੀ ਹੋਣਾ। ਤਾਂ ਨਵਜੋਤ ਸਿੱਧੂ ਤੇ ਤੰਜ ਕੱਸਣ ਦੀ ਬਜਾਏ ਪਹਿਲਾਂ ਤੁਸੀਂ ਇਹ ਦੇਖੋ ਕਿ ਤੁਸੀਂ ਆਪਣੀ ਪਾਰਟੀ ਦੀ ਗੱਲ ਕਰ ਰਹੇ ਜੇ, ਉੱਥੇ ਪਾਪਾ ਜੀ ਮੁੱਖ ਮੰਤਰੀ ਨੇ, ਮੁੰਡਾ ਜਿਹੜਾ ਪ੍ਰਧਾਨ ਆ, ਤਾਂ ਫਿਰ ਉੱਥੇ ਤਾਂ ਤਾਲਮੇਲ ਹੋ ਸਕਦਾ, ਉੱਥੇ ਇੱਕ ਦੂਜੇ ਸਰਕਾਰ ਗੱਲ ਹੋ ਸਕਦੀ ਆ। ਪਰ ਜਿੱਥੇ ਲੋਕ ਮਸਲਿਆਂ ਦੀ ਗੱਲ ਆ, ਲੋਕ ਮੁੱਦਿਆਂ ਦੀ ਗੱਲ ਆ, ਫਿਰ ਉੱਥੇ ਤਾਂ ਫਿਰ ਕਿਤੇ ਨਾ ਕਿਤੇ ਟਕਰਾਅ ਹੋਣਾ ਆ। ਬਾਕੀ ਬਾਦਲ ਸਾਹਿਬ ਬਹੁਤ ਸਿਆਣੇ ਜੇ, ਤੁਹਾਡਾ ਬਹੁਤ ਤਜਰਬਾ, ਇਹ ਤਜਰਬੇ ਨੂੰ ਨਵਜੋਤ ਸਿੰਘ ਸਿੱਧੂ ਨੂੰ, ਚਰਨਜੀਤ ਸਿੰਘ ਚੰਨੀ ਹੋਣਾ ਨੂੰ ਜ਼ਰੂਰ ਸਿੱਖਣਾ ਚਾਹੀਦਾ ਬਾਦਲ ਸਾਹਿਬ ਦੀ ਇਹਨਾਂ ਮਤਲਬ ਗੱਲਾਂ ਨੂੰ ਕਿ ਪਾਰਟੀ ਪ੍ਰਧਾਨ ਤੇ ਮੁੱਖ ਮੰਤਰੀ ਦੇ ਵਿਚਕਾਰ ਆਪਸੀ ਪਿਆਰ ਮੁਹੱਬਤ ਹੋਣੀ ਚਾਹੀਦੀ ਹੈ। ਤੇ ਜੇਕਰ ਹੋ ਜਾਂਦੀ ਹੈ ਤੇ ਸ਼ਾਇਦ ਫਿਰ ਬਾਦਲ ਸਾਹਿਬ ਤੇ ਚਲੋ ਨਾ ਬੋਲਣ, ਸੁਖਬੀਰ ਸਿੰਘ ਬਾਦਲ ਨੇ ਕਹਿਣਾ ਕਿ ਇਹ ਦੋਵੇਂ ਲੁੱਟ ਕੇ ਖਾਣ ਦੇ ਆ। ਹਾਲਾਂਕਿ ਇਹੋ ਜਿਹੀਆਂ ਸਟੇਟਮੈਂਟਾਂ ਵੀ ਆ ਸਕਦੀਆਂ ਨੇ। ਸੋ ਬਾਦਲ ਸਾਹਿਬ ਦੀਆਂ ਗੱਲਾਂ ਜਿਹੜੀਆਂ ਨੇ ਇਹ ਬਹੁਤ ਵਧੀਆ ਨੇ, ਪਰ ਉਸ ਤੋਂ ਪਹਿਲਾਂ ਕਿ ਇਹ ਗੱਲਾਂ ਉਹ ਲੋਕਾਂ, ਕਾਂਗਰਸ ਪਾਰਟੀ, ਭਾਜਪਾ, ਆਮ ਆਦਮੀ ਪਾਰਟੀ, ਬਸਪਾ ਦੇ ਉੱਤੇ ਇੰਪਲੀਕੇਟ ਕਰਨ, ਉਸ ਤੋਂ ਪਹਿਲੀ ਜ਼ਰੂਰਤ ਇਹ ਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਪਿਤਰੀਵਾਦ ਆ ਜਾਂ ਪਰਿਵਾਰਵਾਦ ਆ ਉਹਨੂੰ ਖਤਮ ਕਰਨ। ਫਿਰ ਦੱਸਣ ਅੱਜ ਇਸ ਪਾਰਟੀ ਦੇ ਵਿੱਚ ਕਿ ਬਲਵਿੰਦਰ ਸਿੰਘ ਭੁੱਦੜ ਨੂੰ ਉਹ ਪ੍ਰਧਾਨ ਬਣਾ ਦਿੰਦੇ ਆ, ਫਿਰ ਕੀ ਕੱਲ ਨੂੰ ਜੇਕਰ ਉਹ ਮੁੱਖ ਮੰਤਰੀ ਬਣਦਾ, ਚਲੋ ਉਹ ਤਾਂ ਉਹਨਾਂ ਦਾ ਹੀ ਬੰਦਾ। ਅੱਜ ਦੀ ਤਰੀਕ 'ਚ ਰਣਜੀਤ ਸਿੰਘ ਬ੍ਰਹਮਪੁਰੇ ਨੂੰ ਕਿਉਂ ਕੱਢਿਆ ਗਿਆ, ਸੁਖਦੇਵ ਸਿੰਘ ਢੀਂਡਸੇ ਨੂੰ ਬਾਹਰ ਕਿਉਂ ਕੱਢਿਆ ਗਿਆ? ਸੁਖਦੇਵ ਸਿੰਘ ਢੀਂਡਸੇ ਨੂੰ ਪਾਰਟੀ ਪ੍ਰਧਾਨ ਬਣਾਓ, ਮੁੱਖ ਮੰਤਰੀ ਕਿਸੇ ਨੂੰ ਬਣਾਓ, ਫਿਰ ਦੱਸਿਓ, ਫਿਰ ਤੁਹਾਡਾ ਕੀ ਆਪਸੀ ਤਕਰਾਰ ਖਤਮ ਹੋ ਜਾਊਗਾ ਕਿਸੇ ਤਰੀਕੇ ਦਾ। ਮੈਂ ਇਹ ਗੱਲ ਆਪਣੇ ਦਰਸ਼ਕਾਂ ਨੂੰ ਪਹਿਲਾਂ ਕਲੀਅਰ ਕਰ ਦਵਾਂ ਕਿ ਅਸੀਂ ਇਸ ਕਿਸੇ ਪਾਰਟੀ ਦੀ ਐਡਵੋਕੇਸੀ ਨਹੀਂ ਜੇ ਕਰ ਰਹੇ। ਸਾਡਾ ਮੰਤਵ ਹਰ ਉਸ ਵਿਅਕਤੀ ਦੇ ਪੋਤੜਿਆਂ ਨੂੰ ਫੁੱਲਣਾ ਜਿਹੜਾ ਪੰਜਾਬ ਦੇ ਹਿੱਤਾਂ ਨਾਲ ਗੱਦਾਰੀ ਕਰਦਾ ਜਾਂ ਪੰਜਾਬ ਦੇ ਹਿੱਤਾਂ ਨੂੰ ਆਪਣੇ ਲੋੜਾਂ ਅਨੁਸਾਰ ਵਰਤਦਾ। ਜੀ ਮਾਨ ਸਾਹਿਬ। ਸੋਲੰਕੀ ਸਾਹਿਬ, ਤੁਸੀਂ ਇਹਨਾਂ ਪੰਜਾਬ ਦੀ ਅਹਿਮ ਖਬਰਾਂ ਉੱਪਰ ਵਿਸਥਾਰ ਨਾਲ ਚਰਚਾ ਕੀਤੀ, ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਪੰਜਾਬ ਦੀਆਂ ਇਹਨਾਂ ਅਹਿਮ ਖਬਰਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ। ਉਮੀਦ ਹੈ ਸਾਡੇ ਦਰਸ਼ਕਾਂ ਨੂੰ ਇਹ ਚਰਚਾ ਜ਼ਰੂਰ ਪਸੰਦ ਆਈ ਹੋਏਗੀ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਖਬਰਾਂ ਦੇ ਨਾਲ ਵਿਸ਼ਲੇਸ਼ਣ ਕਰਨ ਦੇ ਲਈ ਅਸੀਂ ਫਿਰ ਤੋਂ ਇੱਕ ਵਾਰ ਅਣਖੀ ਸਾਹਿਬ ਨੂੰ ਇਨਵਾਈਟ ਕਰਾਂਗੇ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।